ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਅੱਜ ਦੇ ਨਿਰਭਉ ਨਿਰਵੈਰ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਅਸੀਂ ਤੁਹਾਡੇ ਨਾਲ ਜਿਹੜੇ ਵੀ ਸਾਡੇ ਮੁੱਦੇ ਮੌਜੂਦ ਹਨ ਉਹਨਾਂ ਬਾਰੇ ਗੱਲ ਕਰਾਂਗੇ ਔਰ ਇਸ ਦੇ ਬਾਅਦ ਇੱਕ ਵਿਸ਼ੇਸ਼ ਪ੍ਰੋਗਰਾਮ ਲੈ ਕੇ ਇੱਕ ਵਿਸ਼ੇਸ਼ ਖਾਸ ਮਸਲੇ ਦੇ ਉੱਤੇ ਤੁਹਾਡੇ ਨਾਲ ਵਿਸ਼ੇਸ਼ ਚਰਚਾ ਕਰਾਂਗੇ। ਜਿਸ ਤਰ੍ਹਾਂ ਤੁਸੀਂ ਵੇਖਦੇ ਹੋ ਕਿ ਸਾਡੀ ਕੋਸ਼ਿਸ਼ ਹੁੰਦੀ ਹੈ ਕੇਵਲ ਖਬਰਾਂ ਦੇ ਉੱਤੇ ਟਿੱਪਣੀਆਂ ਦੇ ਦੇਣੀਆਂ ਜਾਂ ਖਬਰਾਂ ਇਕੱਠੀਆਂ ਕਰਕੇ ਤੁਹਾਡੇ ਤੱਕ ਪਹੁੰਚਾ ਦੇਣੀਆਂ ਇਸ ਪ੍ਰੋਗਰਾਮ ਦਾ ਮਕਸਦ ਨਹੀਂ ਹੈ, ਬਲਕਿ ਇਸ ਪ੍ਰੋਗਰਾਮ ਦਾ ਮਕਸਦ ਇਸ ਤੋਂ ਕਾਫੀ ਅੱਗੇ ਜਾ ਕੇ ਜਿਹੜੇ ਵੀ ਦਰਪੇਸ਼ ਮਸਲੇ ਹਨ ਜਿਹੜੇ ਸਾਹਮਣੇ ਖਬਰਾਂ ਵਿੱਚ ਵੀ ਨਹੀਂ ਹਨ, ਭਾਵੇਂ ਉਹ ਸੁਰਖੀਆਂ ਵਿੱਚ ਵੀ ਨਹੀਂ ਹਨ, ਪਰ ਇੱਕ ਅੰਡਰ ਕਰੰਟ ਦੇ ਤੌਰ ਦੇ ਉੱਤੇ ਮੌਜੂਦ ਹਨ, ਜਿਹੜੇ ਨਜ਼ਰ ਵੀ ਨਹੀਂ ਆ ਰਹੇ, ਉਹਨਾਂ ਤੱਕ ਡੂੰਘਾਈ ਤੱਕ ਪਹੁੰਚ ਕੇ ਉਹਨਾਂ ਦੇ ਆਸਾਰ ਉਹਨਾਂ ਤੋਂ ਤੁਹਾਨੂੰ ਜਾਣੂ ਕਰਾਉਣ ਦੀ ਕੋਸ਼ਿਸ਼ ਕਰਨੀ, ਇਹ ਸਾਡਾ ਮਕਸਦ ਹੈ। ਅੱਜ ਦਾ ਉਹ ਜਿਹੜਾ ਮਸਲਾ ਹੈ ਜਿਹੜਾ ਵਿਸ਼ੇਸ਼ ਤੁਹਾਡੇ ਨਾਲ ਗੱਲ ਕਰਾਂਗੇ, ਦਰਅਸਲ ਕੰਮ ਤਾਂ ਉਹ ਸੰਸਥਾਵਾਂ ਦਾ ਸੀ, ਸਾਡੀਆਂ ਪੰਥਕ ਆਰਗੇਨਾਈਜੇਸ਼ਨਸ ਦਾ ਸੀ, ਪਰ ਨਹੀਂ, ਉਹਨਾਂ ਵੱਲੋਂ ਕਿਸੇ ਵੱਲੋਂ ਇਸ ਦੇ ਲਈ ਪਹਿਲ ਨਹੀਂ ਕੀਤੀ ਗਈ, ਬਲਕਿ ਡਾਕਟਰ ਬਰਿੰਦਰ ਕੌਰ ਚੰਡੀਗੜ੍ਹ ਦੇ ਪ੍ਰੋਫੈਸਰ ਹਨ, ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਮੁਕੱਦਮਾ ਲੜ ਰਹੇ ਹਨ ਔਰ ਉਸ ਮੁਕੱਦਮੇ ਦੇ ਵਿੱਚ ਕਾਫੀ ਪੇਸ਼ਰਫਤ ਹੋਈ ਹੈ ਔਰ ਕਾਫੀ ਗੱਲ ਅੱਗੇ ਤੱਕ ਪਹੁੰਚ ਗਈ। ਉਸ ਦੇ ਬਾਰੇ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਔਰ ਤੁਹਾਨੂੰ ਸਾਰੇ ਮੁਕੱਦਮੇ ਦੀ ਗੱਲਬਾਤ ਦੱਸਾਂਗੇ ਔਰ ਜਿਹੜੇ ਵਕੀਲ ਉਹਦੇ ਉੱਤੇ ਲੜ ਰਹੇ ਹਨ ਸਿੱਖ ਕੌਜ਼ ਦੇ ਲਈ, ਸਿੱਖ ਹਿੱਤਾਂ ਦੇ ਲਈ, ਜਿਹੜੇ ਵਕੀਲ ਇਸ ਮੁਕੱਦਮੇ ਨੂੰ ਲੜ ਰਹੇ ਹਨ, ਸਾਡੀ ਕੋਸ਼ਿਸ਼ ਹੋਏਗੀ ਜੇ ਅਸੀਂ ਉਹਨਾਂ ਨੂੰ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰ ਸਕੀਏ। ਪਰ ਉਸ ਤੋਂ ਪਹਿਲਾਂ ਕੁਝ ਕੁ ਸੁਰਖੀਆਂ ਹਨ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹਾਂਗੇ। ਸਭ ਤੋਂ ਪਹਿਲੀ ਸੁਰਖੀ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਧਰਤ ਲੁਕਾਈ ਨੂੰ ਸੋਧਣ ਲਈ ਜਦੋਂ ਟੁਰੇ ਤਾਂ ਉਸ ਸਫ਼ਰ ਦੇ ਵਿੱਚ ਜਦੋਂ ਗੁਰੂ ਸਾਹਿਬ ਹਰਿਦੁਆਰ ਪਹੁੰਚੇ ਤਾਂ ਉੱਥੇ ਜੋ ਕੌਤਕ ਵਰਤਾਇਆ ਸੂਰਜ ਨੂੰ ਪਾਣੀ ਦੇਣ ਦਾ, ਕਰਤਾਰਪੁਰੇ ਵੱਲ ਪਾਣੀ ਦੇਣ ਦਾ ਜੋ ਕੌਤਕ ਸੀ, ਹਰ ਕਿਸੇ ਨੂੰ ਪਤਾ ਹੈ। ਇੱਕ ਬੁਨਿਆਦੀ ਸਿਧਾਂਤ ਦੀ, ਇੱਕ ਬੁਨਿਆਦੀ ਅਸੂਲ ਦੀ, ਭਰਮਾਂ ਵਹਿਮਾਂ ਤੋਂ ਦੂਰ ਲਿਜਾਣ ਦੀ ਉਹ ਜਿਹੜੀ ਯਾਦ ਕਰਾਉਂਦਾ ਹੋਇਆ ਪਾਵਨ ਸਥਾਨ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ। ਬਹੁਤ ਹੀ ਅਫਸੋਸ ਦੀ ਗੱਲ ਹੈ ਕਿ 1984 ਵਿੱਚ ਉਸ ਥਾਂ ਨੂੰ ਢਾਹ ਦਿੱਤਾ ਗਿਆ ਅਤੇ ਉਸ ਥਾਂ ਦੇ ਉੱਤੇ ਕਬਜ਼ਾ ਕਰ ਲਿਆ ਕੁਝ ਪਾਂਡਿਆਂ ਨੇ ਔਰ ਸਰਕਾਰ ਦੀ ਰਜ਼ਾਮੰਦੀ ਦੇ ਨਾਲ, ਉਹਨਾਂ ਦੀ ਸ਼ਮੂਲੀਅਤ ਦੇ ਨਾਲ। 1984 ਤੋਂ ਲੈ ਕੇ ਹੁਣ ਤੱਕ ਬਹੁਤ ਕੋਸ਼ਿਸ਼ ਹੁੰਦੀ ਰਹੀ, ਬੜੀ ਵਾਰ ਗੱਲਬਾਤ ਹੁੰਦੀ ਰਹੀ, ਸ਼੍ਰੋਮਣੀ ਕਮੇਟੀ ਵੀ ਕਈ ਦਫਾ ਗੱਲਬਾਤ ਕੀਤੀ, ਪਰ ਮਸਲਾ ਉੱਥੇ ਦਾ ਉੱਥੇ। ਸ਼ਾਇਦ ਰਾਜਨੀਤਿਕ ਤੌਰ 'ਤੇ ਨਹੀਂ ਸੀ ਸੂਟ ਕਰਦਾ ਕਿ ਇਸ ਮਸਲੇ ਨੂੰ ਭਾਈਵਾਲ ਵਾਲੀ ਸਰਕਾਰ ਦੇ ਨਾਲ ਚੁੱਕਿਆ ਜਾਂਦਾ। ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਤੁਸੀਂ ਇਸ ਦੇ ਬਦਲੇ ਕੋਈ ਹੋਰ ਜ਼ਮੀਨ ਲੈ ਲਓ। ਕੀ ਕਿਸੇ ਇਤਿਹਾਸਕ ਸਥਾਨ, ਜਿਸ ਜਗ੍ਹਾ ਦੇ ਉੱਤੇ ਗੁਰੂ ਸਾਹਿਬ ਦੇ ਚਰਨ ਪਏ ਹੋਣ, ਉਸ ਜਗ੍ਹਾ ਦੀ ਕੀਮਤ ਲਗਾਈ ਜਾ ਸਕਦੀ ਹੈ, ਉਸ ਦੇ ਬਦਲੇ ਕੋਈ ਦੂਜੀ ਥਾਂ ਲਈ ਜਾ ਸਕਦੀ ਹੈ? ਪਰ ਇਹ ਮਸਲਾ ਹੁਣ ਸ਼ਾਇਦ ਗੰਭੀਰ ਰੂਪ ਧਾਰਨ ਕਰ ਗਿਆ ਹੈ, ਕਿਉਂਕਿ ਕੁਝ ਜਥੇਬੰਦੀਆਂ ਨੇ ਮਿਲ ਕੇ ਹੁਣ ਕੋਸ਼ਿਸ਼ ਕੀਤੀ ਹੈ ਕਿ ਉਹ ਇਸ ਥਾਂ ਦੇ ਉੱਤੇ 14 ਅਪ੍ਰੈਲ ਵਿਸਾਖੀ ਵਾਲੇ ਦਿਨ ਜਾ ਕੇ ਉੱਥੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨਗੇ। ਕੁਦਰਤੀ ਤੌਰ ਦੇ ਉੱਤੇ ਇਸ ਦੇ ਨਾਲ ਮਾਹੌਲ ਵੀ
ਸੁਖਾਵਾਂ ਨਹੀਂ ਰਹੇਗਾ। ਪਰ ਵੇਖਣਾ ਇਹ ਹੈ ਕਿ ਸਰਕਾਰ ਜਾਂ ਪੰਥਕ ਜਥੇਬੰਦੀਆਂ, ਕਿਉਂਕਿ ਇੱਧਰ ਚੋਣਾਂ ਦਾ ਵੀ ਦਿਨ ਚੱਲ ਰਹੇ ਹਨ ਔਰ 14 ਅਪ੍ਰੈਲ ਨੂੰ ਇਸੇ ਮਹੀਨੇ ਦੀ ਅਗਲੇ ਹਫਤੇ ਇਹ ਜਿਹੜਾ ਪ੍ਰੋਗਰਾਮ ਉਲੀਕਿਆ ਗਿਆ ਹੈ ਇਹ ਕਾਫੀ ਗੰਭੀਰ ਹੈ ਔਰ ਆਉਣ ਵਾਲੇ ਸਮੇਂ ਵਿੱਚ ਉਮੀਦ ਕੀਤੀ ਜਾਂਦੀ ਹੈ ਕਿ ਪੰਥਕ ਜਥੇਬੰਦੀਆਂ ਜਾਂ ਜਿਹੜੀਆਂ ਸਾਡੀਆਂ ਨੁਮਾਇੰਦਾ ਜਥੇਬੰਦੀਆਂ ਹਨ ਉਹ ਇਸ ਦਾ ਕੋਈ ਨਾ ਕੋਈ ਹੱਲ ਜ਼ਰੂਰ ਔਰ ਸਹੀ ਢੰਗ ਦੇ ਨਾਲ ਕੱਢਣ ਦੀ ਕੋਸ਼ਿਸ਼ ਕਰਨ। ਦੂਸਰੀ ਇੱਕ ਸੁਰਖੀ ਹੈ, ਇੰਗਲੈਂਡ ਦੇ ਵਿੱਚ ਬੰਕਿੰਗਮ ਸ਼ਾਇਰ ਜਗ੍ਹਾ ਦੇ ਵਿੱਚ, ਦੱਖਣੀ ਬੰਕਿੰਗਮ ਸ਼ਾਇਰ ਦੇ ਵਿੱਚ ਕਾਫੀ ਇੱਕ ਸਜਦੇ ਪੁਜਦੇ ਪਰਿਵਾਰਾਂ ਦਾ ਇੱਕ ਪਿੰਡ ਹੈ ਔਰ ਉਸ ਪਿੰਡ ਦੇ ਵਿੱਚ ਇੱਕ ਸਕੂਲ ਹੈ ਜਿਹੜਾ ਕਿ ਸਿੱਖ ਸੰਸਥਾ ਵੱਲੋਂ ਚਲਾਇਆ ਜਾ ਰਿਹਾ ਹੈ। ਹੁਣ ਉਸ ਸਕੂਲ ਦੇ ਵਿੱਚ ਉੱਥੇ ਦੀ ਸਰਕਾਰ ਵੱਲੋਂ ਉਸ ਸਕੂਲ ਵਾਸਤੇ ਐਡਮਿਸ਼ਨ ਦਿੱਤੀ ਗਈ ਬੱਚਿਆਂ ਨੂੰ ਔਰ ਤਕਰੀਬਨ 1 ਦਰਜਨ ਦੇ ਕਰੀਬ ਬੱਚੇ ਹਨ ਜਿਹੜੇ ਗੈਰ ਸਿੱਖ ਹਨ। ਸਲੋ ਸਿੱਖ ਫਾਊਂਡੇਸ਼ਨ, ਸਲੋ ਸਿੱਖ ਐਜੂਕੇਸ਼ਨ ਟਰਸਟ ਵੱਲੋਂ ਚਲਾਏ ਜਾ ਰਹੇ ਇਸ ਸਕੂਲ ਵਿੱਚ, ਜਿਹਦੇ ਵਿੱਚ ਕੇਵਲ 120 ਬੱਚੇ ਭਰਤੀ ਕੀਤੇ ਜਾਂਦੇ ਹਨ, ਤਕਰੀਬਨ 1 ਦਰਜਨ ਬੱਚੇ ਐਸੇ ਭਰਤੀ ਕੀਤੇ ਗਏ ਹਨ ਪਰ ਉਹਨਾਂ ਦੇ ਮਾਪਿਆਂ ਵੱਲੋਂ ਬਹੁਤ ਸਖਤ ਇਤਰਾਜ਼ ਕੀਤਾ ਜਾ ਰਿਹਾ ਹੈ ਕਿ ਅਸੀਂ ਐਥੀਸਟ ਹਾਂ, ਅਸੀਂ ਨਾਸਤਕ ਹਾਂ ਔਰ ਇਹ ਇੱਕ ਧਾਰਮਿਕ ਸਕੂਲ ਹੈ, ਇੱਥੇ ਜਾ ਕੇ ਸਾਡੇ ਬੱਚੇ ਗੁਆਚੇ ਮਹਿਸੂਸ ਕਰਨਗੇ ਤੇ ਉਹਨਾਂ ਦਾ ਨੁਕਸਾਨ ਹੋਏਗਾ, ਉਹ ਖਰਾਬ ਹੋ ਜਾਣਗੇ ਜੇਕਰ ਉਹਨਾਂ ਨੂੰ ਕਿਸੇ ਧਾਰਮਿਕ ਵਿਦਿਆਲੇ ਦੇ ਵਿੱਚ ਭਰਤੀ ਕੀਤਾ ਜਾਏਗਾ। अकबर इलाहाबादी ने कहा सी, रकीबों ने रपट लिखवाई है जा जा के थाने में कि अकबर नाम लेता है खुदा का इस ज़माने में। सवाल ये है, स्कूल दी मैनेजमेंट कमेटी का यह कहना है कि उन्हां दे दूजे हर बच्चे दे उत्ते कोई बंदिश नहीं है, वो अपने ढंग दे नाल अपनी इबादत भी कर सकते हैं, जो करना चाहन, पर इस दे उत्ते कोई पाबंदी नहीं है कि उन्हां नूं मर्यादा या होर किसी चीज़ नूं लागू करना पवे। पर दूसरे पासे उन्हां मापियां दा कहना है कि इह स्कूल दे विच टोटल पूरी तरह ये वैजीटेरियन खाना दिता जाता है और उस माहौल दे विच जिहदे च बहु गिणती धार्मिक बच्चियां दी है, साडे बच्चे खराब हो जाणगे, उन्हां दे खराब होण दा बहुत ज़्यादा इम्कान हैं। सो वो इतराज़ कर रहे हैं, एहतजाज कर रहे हैं और उसके उत्ते एजिटेट भी कर रहे हैं। हुण वेखना यह है कि सरकार वालों इस दे बारे की कदम चुकिया जाता है। दिल्ली तीसरी सुर्खी, दिल्ली सिख गुरुद्वारा मैनेजमेंट कमेटी वालों 23 मार्च को आरंभे हुए बंगला साहब के सरोवर की कार सेवा का दूजा पड़ाव भी आरंभिया गया, जिहदे विच बहुत वड्डी गिणती विच संगतां शामिल होईयां। इस दी अगवाई बाबा बचन सिंह ते बाबा महेंद्र सिंह अमृतसर वालियां ने कीती, जिन्हां नूं कमेटी ने सिरों पाव दिता। पर इस दे विच एक चीज़ होर होई कि भारतीय जनता पार्टी वालों चोणां लड़ रहे प्रवेश वर्मा ਜਿਹੜੇ ਸਾਹਿਬ ਸਿੰਘ ਵਰਮਾ ਦੇ ਬੇਟੇ ਹਨ ਅਤੇ ਵਕੀਲ ਮੀਨਾਕਸ਼ੀ ਲੇਖੀ ਨੂੰ ਉਹਦੇ ਵਿੱਚ ਕਾਰ ਸੇਵਾ ਦੇ ਲਈ ਉਹ ਆਏ ਔਰ ਉਹਨਾਂ ਨੂੰ ਵੀ ਕਮੇਟੀ ਦੇ ਜਨਰਲ ਸਕੱਤਰ ਸਾਹਿਬ ਮਨਜਿੰਦਰ ਸਿੰਘ ਸਿਰਸਾ ਵੱਲੋਂ ਸਿਰੋਪਾਓ ਦਿੱਤਾ ਗਿਆ। ਸੋ ਇਹ ਤੀਸਰੀ ਛੋਟੀ ਸੁਰਖੀ ਸੀ। चौथी छोटी ज़रूर है पर बहुत ही महत्वपूर्ण है, बहुत ही अहम है। भारतीय जनता पार्टी ने आखिर अपना चोण मनोरथ पत्र जारी कर ही दिता।
ਜਿੰਨੀ ਉਸ ਦੀ ਦੇਰੀ ਕਰਕੇ ਉਸ 'ਤੇ ਇਤਰਾਜ਼ ਹੋ ਰਹੇ ਸਨ ਔਰ ਟਿੱਪਣੀਆਂ ਹੋ ਰਹੀਆਂ ਸਨ, ਉਹ ਇਹ ਮਨੋਰਥ ਪੱਤਰ ਜਾਂ ਮੈਨੀਫੈਸਟੋ ਜਾਰੀ ਹੋਣ ਤੋਂ ਬਾਅਦ ਉਹਨਾਂ ਵਿੱਚ ਕਮੀ ਨਹੀਂ ਬਲਕਿ ਉਹਦੇ ਵਿੱਚ ਕਈ ਗੁਣਾ ਵਾਧਾ ਸ਼ੁਰੂ ਹੋ ਚੁੱਕਾ ਹੈ। ਉਸ ਦੇ ਵਿੱਚ ਕਈ ਐਸੇ ਮੁੱਦੇ ਲਏ ਗਏ ਹਨ ਜਿਹੜਾ ਕਿ ਇਸ ਮੈਨੀਫੈਸਟੋ ਦੇ ਵਿੱਚ ਔਰ ਜਿਹਦੇ 'ਤੇ ਕੁਦਰਤੀ ਤੌਰ ਦੇ ਉੱਤੇ ਕਈ ਪਾਸੇ ਤੋਂ ਇਤਰਾਜ਼ ਵੀ ਹੋਏ ਹਨ ਔਰ ਖ਼ਾਸ ਕਰਕੇ ਜੇਕਰ ਅਕਾਲੀ ਦਲ ਦੇ ਭਾਈਵਾਲੀ ਹੈ ਉਹਨਾਂ ਦੇ ਪੱਖ ਤੋਂ ਵੀ ਵੇਖਿਆ ਜਾਏ, ਉਹਨਾਂ ਨੂੰ ਵੀ ਇਸ ਤੋਂ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਇਸ ਦੇ ਵਿੱਚ ਯੂਨੀਫਾਰਮ ਸਿਵਲ ਕੋਡ ਦੀ ਗੱਲ ਕੀਤੀ ਗਈ ਹੈ, ਯਾਨੀ ਕਿ ਸਾਰਿਆਂ ਦੇ ਉੱਤੇ ਇੱਕੋ ਕਾਨੂੰਨ, ਸਾਰੇ ਧਰਮਾਂ ਦੇ ਉੱਤੇ ਇੱਕੋ ਕਾਨੂੰਨ ਲਾਗੂ ਕੀਤਾ ਜਾਏ। ਇਹ ਭਾਰਤੀ ਜਨਤਾ ਪਾਰਟੀ ਦੀ ਮੰਗ ਹੈ। ਇਸ ਦੇ ਮੁਕਾਬਲੇ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਸ਼ੁਰੂ ਤੋਂ ਹੀ ਸਿੱਖ ਪਰਸਨਲ ਲਾਅ ਦੀ ਮੰਗ ਕਰਦਾ ਆਇਆ ਹੈ, ਵੱਖਰੇ ਆਨੰਦ ਮੈਰਿਜ ਐਕਟ ਦੀ, ਸਕਸੈਸ਼ਨ ਐਕਟ ਦੀ ਅਤੇ ਹੋਰ ਜਿਹੜੇ ਦੂਸਰੇ ਐਕਟ ਹਨ ਉਹ ਲਾਗੂ ਕਰਾਉਣ ਦੀ ਮੰਗ ਕਰਦਾ ਆਇਆ। ਇਸ ਦੇ ਇਲਾਵਾ ਇਸ ਮਨੋਰਥ ਪੱਤਰ ਦੇ ਵਿੱਚ, ਇਸ ਮੈਨੀਫੈਸਟੋ ਦੇ ਵਿੱਚ ਇੱਕ ਹੋਰ ਵੱਡੀ ਗੱਲ ਕਹੀ ਗਈ ਹੈ, ਉਹ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਹਿੰਦੁਸਤਾਨ ਦੀਆਂ, ਦੇਸ਼ ਦੀਆਂ ਨਦੀਆਂ ਨੂੰ ਜੋੜਨ ਦੀ ਗੱਲ ਕੀਤੀ ਗਈ ਹੈ। ਸਾਰੀਆਂ ਨਦੀਆਂ ਨੂੰ ਆਪਸ ਵਿੱਚ ਜੋੜਨ ਦੀ ਮੰਗ ਕੀਤੀ ਗਈ ਹੈ, ਜਾਂ ਉਹਨਾਂ ਨੇ ਕਿਹਾ ਹੈ ਕਿ ਇਹ ਉਹਨਾਂ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੈ। ਸ਼੍ਰੋਮਣੀ ਅਕਾਲੀ ਦਲ ਦਾ ਧਰਮਯੁੱਧ ਮੋਰਚਾ ਇਸੇ ਇਸ਼ੂ ਦੇ ਉੱਤੇ, ਇਸੇ ਮੱਧ ਦੇ ਉੱਤੇ ਸ਼ੁਰੂ ਹੋਇਆ ਸੀ ਜਦੋਂ ਸ਼੍ਰੀਮਤੀ ਇੰਦਰਾ ਗਾਂਧੀ ਨੇ ਸਤਲੁਜ ਯਮੁਨਾ ਲਿੰਕ ਕੈਨਾਲ ਜ਼ਬਰਦਸਤੀ ਪੱਟਣ ਦੀ ਕਾਰਵਾਈ ਆਰੰਭੀ ਸੀ, ਜਿਸ ਤੋਂ ਧਰਮਯੁੱਧ ਮੋਰਚਾ ਕਮਿਊਨਿਸਟ ਪਾਰਟੀ ਨਾਲ ਮਿਲ ਕੇ ਸ਼ੁਰੂ ਹੋਇਆ ਸੀ ਔਰ ਉਸ ਦੇ ਬਾਅਦ ਤਾਂ ਸਾਰਾ ਇਤਿਹਾਸ ਹੈ ਜਿਸ ਨੇ ਕਿਤਨਾ ਵੱਡਾ ਰੂਪ ਧਾਰਨ ਕੀਤਾ ਸੀ। ਹੁਣ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਦਾ ਕਹਿਣਾ ਹੈ ਕਿ ਉਹ ਨਦੀਆਂ ਨੂੰ ਜੋੜਨ ਦੀ ਗੱਲ ਕਰ ਰਹੀ ਹੈ, ਉਹ ਉਹਨਾਂ ਦਾ ਪ੍ਰੋਗਰਾਮ ਹੈ, ਔਰ ਦੂਸਰੇ ਪਾਸੇ ਅਗਰ ਉਹ ਇਹ ਕਹਿ ਰਹੇ ਹਨ ਸ਼੍ਰੋਮਣੀ ਅਕਾਲੀ ਦਲ ਦਾ ਕਿ ਰਾਈਪੇਰੀਅਨ ਪ੍ਰਿੰਸੀਪਲ ਦੇ ਮੁਤਾਬਕ ਜਿਹੜੀ ਸਟੇਟ ਦੇ ਵਿੱਚ ਨਦੀਆਂ ਹਨ ਉਹਨਾਂ ਦਾ ਹੱਕ ਹੈ। ਸੋ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਮੁੱਦੇ ਹਨ ਜਿਨ੍ਹਾਂ ਬਾਰੇ ਅਸੀਂ ਤੁਹਾਡੇ ਨਾਲ ਬਾਅਦ ਵਿੱਚ ਪੂਰਾ ਵਿਚਾਰ ਕਰਾਂਗੇ, ਪਰ ਇੱਕ ਗੱਲ ਇਹਦੇ ਵਿੱਚ ਕੀ ਹੈ ਉਸ ਨਾਲੋਂ ਜ਼ਿਆਦਾ ਮਹੱਤਵਪੂਰਨ ਇਹ ਵੀ ਹੈ ਕਿ ਇਸ ਦੇ ਵਿੱਚ ਕੀ ਨਹੀਂ ਹੈ। ਇਹਦੇ ਵਿੱਚ 1984 ਦਾ ਜਾਂ ਸਿੱਖ ਕਤਲੇਆਮ ਦਾ ਉਹਦੇ ਬਾਰੇ ਕੋਈ ਜ਼ਿਕਰ ਨਹੀਂ ਹੈ, ਜਾਂ ਹੋਰ ਕਿਸੇ ਵੀ ਸਿੱਖ ਮੰਗ ਦਾ, ਪੰਜਾਬ ਦੀਆਂ ਮੰਗਾਂ ਦਾ ਕੋਈ ਵੀ ਜ਼ਿਕਰ ਨਹੀਂ ਹੈ। ਇਸ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਜਿਹੜੇ ਅੰਮ੍ਰਿਤਸਰ ਤੋਂ ਚੋਣ ਲੜ ਰਹੇ ਹਨ, ਉਹਨਾਂ ਨੇ ਸਿੱਧੇ ਹੀ ਕਿਹਾ ਹੈ ਕਿ ਅਰੁਣ ਜੇਤਲੀ ਜੀ ਇਹ ਦੱਸਣਗੇ ਕਿ ਆਪਣੀ ਪੋਜੀਸ਼ਨ ਕਲੀਅਰ ਕਰਨਗੇ, ਜਿਹੜਾ ਕਾਮਨ ਸਿਵਲ ਕੋਡ ਦੀ ਗੱਲ ਕਰਦੇ ਹਨ, ਜਿਹੜਾ ਆਰਟੀਕਲ 370 ਕਸ਼ਮੀਰ ਨੂੰ ਵਿਸ਼ੇਸ਼ ਅਧਿਕਾਰ ਦਿੱਤੇ ਗਏ ਹਨ, ਵੱਧ ਅਧਿਕਾਰ ਮਿਲੇ ਹੋਏ ਹਨ, ਉਹਦੇ ਬਾਰੇ ਪੋਜੀਸ਼ਨ, ਉਹਦੇ ਬਾਰੇ ਵੀ ਅੰਮ੍ਰਿਤਸਰ ਵਿੱਚ ਗੱਲ ਕਰਨਗੇ, ਕਿਉਂਕਿ ਪੰਜਾਬ ਦੇ ਵਿੱਚ ਉਹਨਾਂ ਦਾ ਭਾਈਵਾਲ ਸੂਬਿਆਂ ਨੂੰ ਵੱਧ ਅਧਿਕਾਰਾਂ ਦੀ ਮੰਗ ਕਰ ਰਿਹਾ ਹੈ। ਸੋ ਇਹ ਕੁਝ ਕੁ ਸੁਰਖੀਆਂ ਹਨ ਜਿਹੜੀਆਂ ਬਹੁਤ ਹੀ ਵਿਸਥਾਰ ਸਹਿਤ ਵਿਚਾਰ ਦੀ ਮੰਗ ਕਰਦੀਆਂ ਹਨ, ਪਰ ਅਸੀਂ ਸਿਰਫ ਇਹਨਾਂ ਨੂੰ ਛੋਹਿਆ ਹੈ। ਸਾਡੀ ਕੋਸ਼ਿਸ਼ ਹੋਏਗੀ ਕਿ ਆਪਣੇ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ, ਕਿਉਂਕਿ ਇਸ ਅਹਿਮ ਦਸਤਾਵੇਜ਼ ਨੂੰ ਸਾਰੀਆਂ ਪਾਰਟੀਆਂ ਦੇ ਤਕਰੀਬਨ ਆ ਚੁੱਕੇ ਹਨ, ਪਰ ਸ਼੍ਰੋਮਣੀ ਅਕਾਲੀ ਦਲ ਦਾ ਮੈਨੀਫੈਸਟੋ ਅਜੇ ਜਾਰੀ ਹੋਣਾ ਬਾਕੀ ਹੈ। ਉਹਨਾਂ ਨੇ ਹਾਲੇ ਤੱਕ ਇਸ ਨੂੰ ਜਾਰੀ ਨਹੀਂ ਕੀਤਾ ਹੈ। ਸੋ ਇਹ ਹਨ ਕੁਝ ਸੁਰਖੀਆਂ। ਸਮਾਂ ਹੈ ਇੱਕ ਵਕਫੇ ਦਾ, ਉਹਦੇ ਬਾਅਦ ਮੁੜ ਹਾਜ਼ਰ ਹੋਵਾਂਗੇ। ਤੁਸੀਂ ਸਾਡੇ ਨਾਲ ਬਣੇ ਰਹੋ। ਇਸ ਵਕਫੇ ਦੇ ਬਾਅਦ ਸਾਡੀ ਕੋਸ਼ਿਸ਼ ਹੋਏਗੀ ਆਪਣੇ ਵਿਸ਼ੇਸ਼ ਮਹਿਮਾਨ, ਸੁਪਰੀਮ ਕੋਰਟ ਦੇ ਵਿੱਚ ਜਿਹੜਾ ਕੇਸ ਬਰਿੰਦਰ ਕੌਰ ਜੀ ਨੇ ਕੀਤਾ ਹੈ ਉਹਦੇ ਬਾਰੇ ਜੇ ਗੱਲਬਾਤ ਕਰ ਸਕੀਏ ਔਰ ਤੁਹਾਨੂੰ ਜਾਣਕਾਰੀ ਦੇ ਸਕੀਏ। Gina Jewelers
ਸੈਕਰਾਮੈਂਟੋ ਕੈਲੀਫੋਰਨੀਆ। ਇੱਥੇ ਅਵੇਲੇਬਲ ਹੈ 22 ਕੈਰਟ 골ਡ ਜੁਐਲਰੀ ਤੇ 골ਡ coins। ਅਸੀਂ ਕਰਦੇ ਹਾਂ 골ਡ coins ਦੀ ਸ਼ਿਪਿੰਗ ਪੂਰੇ USA ਵਿੱਚ। Exclusive variety bridal sets ਤੇ bangles ਵਿੱਚ। ਕਸਟਮਰਸ ਦੀ ਤਸੱਲੀ ਲਈ 골ਡ ਪਿਓਰਿਟੀ ਚੈੱਕ ਕਰਨ ਲਈ ਕੰਪਿਊਟਰਾਈਜ਼ਡ ਮਸ਼ੀਨ। ਅਸੀਂ ਪੇ ਕਰਦੇ ਹਾਂ ਟੌਪ ਡਾਲਰਸ। ਤੁਸੀਂ ਆਪਣੀ ਜੁਐਲਰੀ ਗਹਿਣੇ ਵੀ ਰੱਖ ਸਕਦੇ ਹੋ। ਲੋਨ ਫॉर 골ਡ ਆਪਣਾ ਸੋਨਾ ਰੱਖੋ ਤੇ ਲੈ ਜਾਓ ਕੈਸ਼। For any inquiry call ਇੰਦਰਜੀਤ ਸਿੰਘ ਜਾਂ ਵਿਜ਼ਿਟ ਕਰੋ ਚੀਨਾ ਜੁਐਲਰਸ। ਟੈਕਸ ਪ੍ਰੋਬਲਮ? नो प्रॉब्लम। ਕੰਪਿਊਟੈਕਸ ਆਈਐਨਸੀ ਆਓ ਤੇ ਆਪਣੇ ਟੈਕਸਾਂ ਦਾ ਮਸਲਾ ਸੁਲਝਾਓ। ਕੰਪਿਊਟੈਕਸ ਆਈਐਨਸੀ ਬਿਜ਼ਨਸ ਅਤੇ ਪਰਸਨਲ ਇਨਕਮ ਟੈਕਸ। ਅਸੀਂ ਪੇਰੋਲ ਐਂਡ ਸਰਟੀਫਾਈਡ ਪੇਰੋਲ ਟੈਕਸਸ, ਐਮਟੀਏ ਟੈਕਸਸ, ਵਰਕਰਸ ਕੰਪਨਸੇਸ਼ਨ, ਬੁੱਕ ਕੀਪਿੰਗ ਆਦਿ ਵੀ ਕਰਦੇ ਹਾਂ। ਕੰਪਿਊਟੈਕਸ ਆਈਐਨਸੀ ਹਰ ਵੇਲੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ। 20 ਸਾਲਾਂ ਦਾ ਤਜਰਬਾ। We cover all 50 states। ਅਸੀਂ ਪੰਜਾਬੀ, ਉਰਦੂ ਅਤੇ ਹੋਰ ਵੀ ਭਾਸ਼ਾ ਬੋਲਦੇ ਹਾਂ। ਵਧੇਰੀ ਜਾਣਕਾਰੀ ਲਈ ਸਾਨੂੰ ਕੰਟੈਕਟ ਕਰੋ 7183715555 7184265695। पेश है द सबसे बढ़िया रोटी चैलेंज, जिसे जीतने के लिए आपकी रोटी होनी चाहिए स्वादिष्ट और सॉफ्ट। देखते हैं ऋतु जी की रोटी। ठीक है, नेक्स्ट कंटेस्टेंट मीता जी। ये टूटी नहीं रही है, आई एम सॉरी। अब रोमा जी की रोटी। दिखने में अच्छी है, मैदा मिला है क्या? जी नहीं, ये बनी है एमपी के खास व्हाइट होल व्हीट आटे से बनी प्रीमियम शरबती चपाती फ्लावर से। इतनी नरम, स्वादिष्ट है। और अब असली चैलेंज, किसकी रोटी रहे 8 घंटों तक फ्रेश। एकदम पापड़। इतनी नरम और टेस्टी, वो भी 8 घंटों के बाद। क्योंकि ये बनी है लक्ष्मी शरबती चपाती फ्लावर से, जो रखे आपकी रोटी को बिल्कुल सॉफ्ट और फ्रेश 8 घंटों के बाद भी। लक्ष्मी शरबती चपाती फ्लावर, होल व्हीट, नो मैदा, रखे आपकी रोटी को सॉफ्ट और फ्रेश 8 घंटों के बाद भी। ਲੈਂਸਿੰਗ ਮਿਸ਼ੀਗਨ ਵਿੱਚ ਖਾਲਸੇ ਦੇ ਜਨਮ ਦਿਹਾੜੇ ਤੇ ਗੁਰੂ ਨਾਨਕ ਸਿੱਖ ਸੈਂਟਰ ਲੈਂਸਿੰਗ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਹਾਨ ਨਗਰ ਕੀਰਤਨ ਅਤੇ ਵਿਸਾਖੀ ਮੇਲਾ 26 ਅਪ੍ਰੈਲ ਸ਼ਨੀਵਾਰ। ਭੋਗ ਸ਼੍ਰੀ ਅਖੰਡ ਪਾਠ ਸਾਹਿਬ ਜੀ ਸਵੇਰੇ 7 ਵਜੇ ਸ਼੍ਰੀ ਗੁਰਦੁਆਰਾ ਸਾਹਿਬ ਵਿਖੇ। ਇਸ ਮੌਕੇ ਪ੍ਰਸਿੱਧ ਕੀਰਤਨੀਏ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨਗੇ ਗਾਇਕ ਮਨਮੋਹਨ ਵਾਰਿਸ, ਕਮਲ ਹੀਰ ਤੇ ਸੰਗਤਾਂ। ਇਸ ਸਮਾਗਮ ਤੇ ਮੁੱਖ ਮਹਿਮਾਨ ਵਜੋਂ ਪਹੁੰਚ ਰਹੇ ਹਨ। ਪਹੁੰਚਣ ਲਈ ਸਥਾਨ ਹੈ ਅਡਾਡੋ ਰਿਵਰ ਫਰੰਟ ਪਾਰਕ, 300 ਨਾਰਥ ਗ੍ਰੈਂਡ ਐਵੀਨਿਊ, ਲੈਂਸਿੰਗ, ਮਿਸ਼ੀਗਨ 48933। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਇਹਨਾਂ ਨੰਬਰਾਂ ਤੇ। ਆਇਓ ਸ਼ਰਨ ਤੁਹਾਰੀ, ਆਇਓ ਸ਼ਰਨ ਤੁਹਾਰੀ, ਆਇਓ ਸ਼ਰਨ ਤੁਹਾਰੀ, ਆਇਓ ਸਤ ਬੋਲ, ਸਤ ਬੋਲ, ਸਤ ਬੋਲ, ਸਤ ਬੋਲ। ਅੱਧਾ ਘੰਟਾ ਖੜਾ ਰਿਹਾ, ਐਦਾਂ ਅਰਦਾਸਾਂ ਵੀ ਕੀਤੀਆਂ, ਪਤਾਸੇ ਵੀ ਚੜਾਏ। ਮੈਨੂੰ ਇੱਧਰ ਆ ਕੇ ਜਵਾਬ ਦੇ ਵੀ ਕੀ ਸਿੱਖਿਆ? ਕੁਝ ਵੀ ਨਹੀਂ। ਮੈਨੂੰ ਸਵਾਲ ਕਰ, ਮੈਨੂੰ ਸਿੱਖ ਨੂੰ ਸਵਾਲ ਕਰ, ਕਿਸੇ ਨੂੰ ਚੜ੍ਹਦੀ ਕਲਾ ਵਾਲੇ ਨੂੰ ਸਵਾਲ ਕਰ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਕਿਉਂ ਟੇਕਿਆ? ਮੈਂ ਤੈਨੂੰ ਪੁੱਛਿਆ ਕਿਉਂ ਟੇਕਿਆ? ਕੀ ਮਿਲਿਆ? ਕੁਝ ਵੀ ਨਹੀਂ। ਮੈਨੂੰ ਪੁੱਛ ਕਿਉਂ ਟੇਕਿਆ? ਤਾਂ ਟੇਕਿਆ ਇਹੋ ਜਿਹੇ ਬਚਨ ਨਹੀਂ ਸੁਣਾਏ ਕਿਸੇ ਨੇ। मैं गुरु ग्रंथ साहब ਨੂੰ ਮੱਥਾ ਤਾਂ ਟੇਕਿਆ, ਐਸੀ ਦਲੀਲ ਨਹੀਂ ਦਿੱਤੀ ਕਿਸੇ ਨੇ, ਐਸੀ ਜੀਵਨ ਜਾਚ ਨਹੀਂ ਦਿੰਦਾ ਕੋਈ, ਮੈਂ ਕਿਉਂ ਨਾ ਟੇਕਾਂ। ਸਬਸਕ੍ਰਾਈਬ ਕਰਨ ਲਈ ਕਾਲ ਕਰੋ 1844 455 66527। ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਰਿਚਮੰਡ ਹੱਲ ਵੱਲੋਂ ਸਮੂਹ ਟਰਾਈ ਸਟੇਟ ਦੀਆਂ ਸੰਗਤਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ, ਸਭਾਵਾਂ ਦੇ ਸਹਿਯੋਗ ਦੇ ਨਾਲ ਹਰ ਸਾਲ ਦੀ ਤਰ੍ਹਾਂ 27ਵੀਂ ਸਿੱਖ ਡੇ ਪਰੇਡ, ਜੋ ਕਿ 26 ਅਪ੍ਰੈਲ ਦਿਨ ਸ਼ਨੀਚਰਵਾਰ ਨੂੰ ਮਨਿਆਟਨ ਵਿਖੇ ਕੱਢੀ ਜਾ ਰਹੀ ਹੈ। ਇਹ ਪਰੇਡ 12 ਵਜੇ
37 ਸਟਰੀਟ ਮੈਡੀਸਨ ਤੋਂ ਆਰੰਭ ਹੋਵੇਗੀ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਹੈ ਕਿ ਹੁਮ ਹੁਮਾ ਕੇ ਇਸ ਪਰੇਡ ਵਿੱਚ ਆ ਕੇ ਪਹੁੰਚੋ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ। Tax Raja. We are tax planners, not just tax preparers. Tax Raja ਕੋਲ ਤਜਰਬੇਕਾਰ CPAs, tax planners ਅਤੇ tax preparers ਹਨ। ਅਸੀਂ individual ਤੇ business tax returns, income tax filing, bookkeeping, payroll, financial statement, free e-file, free tax advice, free review ਤੇ IRS representation ਕਰਦੇ ਹਾਂ। ਜਲਦੀ tax file ਕਰੋ ਅਤੇ ਜਲਦੀ ਹੀ refund ਪਾਓ। Taxi, limousine, construction ਵੀਰਾਂ ਲਈ ਅਤੇ ਨਾਲ ਹੀ ਨਾਲ self employed ਲਈ special price. We have multiple locations. ਅੱਜ ਹੀ ਕਾਲ ਕਰੋ 7188801992। आयो शरण तुम्हारी, आयो शरण तुम्हारी, आयो शरण तुम्हारी, आयो सत बोल, सत बोल, सत बोल, सत बोल। ਅੱਧਾ ਘੰਟਾ ਖੜਾ ਰਿਹਾ, ਐਦਾਂ ਅਰਦਾਸਾਂ ਵੀ ਕੀਤੀਆਂ, ਪਤਾਸੇ ਵੀ ਚੜਾਏ। ਮੈਨੂੰ ਇੱਧਰ ਆ ਕੇ ਜਵਾਬ ਦੇ ਵੀ ਕੀ ਸਿੱਖਿਆ? ਕੁਝ ਵੀ ਨਹੀਂ। ਮੈਨੂੰ ਸਵਾਲ ਕਰ, ਮੈਨੂੰ ਸਿੱਖ ਨੂੰ ਸਵਾਲ ਕਰ, ਕਿਸੇ ਨੂੰ ਚੜ੍ਹਦੀ ਕਲਾ ਵਾਲੇ ਨੂੰ ਸਵਾਲ ਕਰ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਕਿਉਂ ਟੇਕਿਆ? ਮੈਂ ਤੈਨੂੰ ਪੁੱਛਿਆ ਕਿਉਂ ਟੇਕਿਆ? ਕੀ ਮਿਲਿਆ? ਕੁਝ ਵੀ ਨਹੀਂ। ਮੈਨੂੰ ਪੁੱਛ ਕਿਉਂ ਟੇਕਿਆ? ਤਾਂ ਟੇਕਿਆ। ਇਹੋ ਜਿਹੇ ਬਚਨ ਨਹੀਂ ਸੁਣਾਏ ਕਿਸੇ ਨੇ। मैं गुरु ग्रंथ साहब ਨੂੰ ਮੱਥਾ ਤਾਂ ਟੇਕਿਆ, ਐਸੀ ਦਲੀਲ ਨਹੀਂ ਦਿੱਤੀ ਕਿਸੇ ਨੇ, ਐਸੀ ਜੀਵਨ ਜਾਚ ਨਹੀਂ ਦਿੰਦਾ ਕੋਈ। ਮੈਂ ਕਿਉਂ ਨਾ ਟੇਕਾਂ? ਸਬਸਕ੍ਰਾਈਬ ਕਰਨ ਲਈ ਕਾਲ ਕਰੋ 1844 455 66527। ਲੈਂਸਿੰਗ ਮਿਸ਼ੀਗਨ ਵਿੱਚ ਖਾਲਸੇ ਦੇ ਜਨਮ ਦਿਹਾੜੇ ਤੇ ਗੁਰੂ ਨਾਨਕ ਸਿੱਖ ਸੈਂਟਰ ਲੈਂਸਿੰਗ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਹਾਨ ਨਗਰ ਕੀਰਤਨ ਅਤੇ ਵਿਸਾਖੀ ਮੇਲਾ 26 ਅਪ੍ਰੈਲ ਸ਼ਨੀਵਾਰ। ਭੋਗ ਸ਼੍ਰੀ ਅਖੰਡ ਪਾਠ ਸਾਹਿਬ ਜੀ ਸਵੇਰੇ 7 ਵਜੇ ਸ਼੍ਰੀ ਗੁਰਦੁਆਰਾ ਸਾਹਿਬ ਵਿਖੇ। ਇਸ ਮੌਕੇ ਪ੍ਰਸਿੱਧ ਕੀਰਤਨੀਏ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨਗੇ ਗਾਇਕ ਮਨਮੋਹਨ ਵਾਰਿਸ, ਕਮਲ ਹੀਰ ਤੇ ਸੰਗਤਾਂ। ਇਸ ਸਮਾਗਮ ਤੇ ਮੁੱਖ ਮਹਿਮਾਨ ਵਜੋਂ ਪਹੁੰਚ ਰਹੇ ਹਨ। ਪਹੁੰਚਣ ਲਈ ਸਥਾਨ ਹੈ ਅਡਾਡੋ ਰਿਵਰ ਫਰੰਟ ਪਾਰਕ, 300 ਨਾਰਥ ਗ੍ਰੈਂਡ ਐਵੇਨਿਊ, ਲੈਂਸਿੰਗ ਮਿਸ਼ੀਗਨ 48933। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਇਹਨਾਂ ਨੰਬਰਾਂ ਤੇ। ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਦਰਅਸਲ ਜਿਵੇਂ ਅਸੀਂ ਤੁਹਾਨੂੰ ਸ਼ੁਰੂ 'ਚ ਦੱਸਿਆ, ਕੁਝ ਕੰਮ ਸੰਸਥਾਵਾਂ ਦੇ ਹੁੰਦੇ ਹਨ, ਪੰਥਕ ਜਥੇਬੰਦੀਆਂ ਦੇ ਹੁੰਦੇ ਹਨ, ਪਰ ਜੇਕਰ ਉਹ ਨਾ ਕਰਨ ਜਾਂ ਉਸ ਵਿੱਚ ਕੋਤਾਹੀ ਹੋ ਜਾਏ ਜਾਂ ਕਿਸੇ ਵਜ੍ਹਾ ਕਰਕੇ ਉਹ ਰਹਿ ਜਾਏ ਤਾਂ ਇਹ ਜ਼ਰੂਰੀ ਨਹੀਂ ਕਿ ਹਰ ਸ਼ਖਸ ਜਿਹੜਾ ਆਪਣੇ ਆਪ ਨੂੰ ਉਸ ਗੁਰੂ ਪੰਥ ਦਾ ਅੰਗ ਸਮਝਦਾ ਹੈ ਉਹ ਆਪਣਾ ਫਰਜ਼ ਪੂਰਾ ਕਰਨ ਲਈ ਅੱਗੇ ਨਾ ਆਏ। ਬਿਲਕੁਲ ਇਹੀ ਮਸਲਾ ਸੀ, ਇੱਕ ਬਿਲਕੁਲ ਬੁਨਿਆਦੀ ਮਸਲਾ ਹੈ ਭਾਰਤ ਦੇ ਸੰਵਿਧਾਨ ਦੇ ਵਿੱਚ ਜਿਹੜੀ ਧਾਰਾ 25(2) ਦਾ ਰੌਲਾ ਪਾਇਆ ਜਾਂਦਾ ਹੈ, ਜਿਸ ਦੇ ਬਾਰੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਦਿੱਲੀ ਜਾ ਕੇ ਉਸ ਧਾਰਾ ਨੂੰ ਸਾੜਿਆ ਵੀ ਸੀ ਔਰ ਅਕਾਲੀ ਆਗੂਆਂ ਨੇ ਔਰ ਇਸ ਦੇ ਖਿਲਾਫ ਮੋਰਚਾ ਵੀ ਲਾਇਆ, ਸਭ ਕੁਝ ਕੀਤਾ ਔਰ ਉਹ ਧਾਰਾ ਅਜੇ ਉਸੇ ਤਰ੍ਹਾਂ ਦੀ ਉਸੇ ਤਰ੍ਹਾਂ ਹੈ। ਉਸ ਦੇ ਬਾਰੇ ਡਾਕਟਰ ਪ੍ਰੋਫੈਸਰ ਬਰਿੰਦਰ ਕੌਰ ਚੰਡੀਗੜ੍ਹ ਤੇ, ਜਿਨ੍ਹਾਂ ਨੂੰ PhD ਵੀ ਹਨ, ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਕਾਲਜ ਵਿੱਚ ਪੜ੍ਹਾਉਣ ਦਾ ਤਜਰਬਾ ਵੀ ਹੈ, ਪਰ ਪੰਥਕ ਮੁੱਦਿਆਂ ਦੇ ਉੱਤੇ ਜੁੜੇ ਹੋਏ ਹਨ। ਇੰਸਟੀਚਿਊਟ ਆਫ ਸਿੱਖ ਸਟੱਡੀਜ਼ ਤੇ ਫੈਡਰੇਸ਼ਨ ਜਿਹੜੀ ਹੈ ਕਨਫੈਡਰੇਸ਼ਨ ਦੇ ਉਹਦੇ ਨਾਲ ਵੀ ਜੁੜੇ ਔਰ ਐਬਸਟਰੈਕਟ ਆਫ ਸਿੱਖ ਸਟੱਡੀਜ਼ ਦੇ ਐਡਿਟ ਵੀ ਕਰਦੇ ਰਹੇ। ਉਹਨਾਂ ਨੇ ਇਸ ਦੇ ਬਾਰੇ ਮੁਕੱਦਮਾ ਦਰਜ ਕੀਤਾ
ਹਾਈ ਕੋਰਟ ਵਿੱਚ ਕੀਤਾ, ਹਾਈ ਕੋਰਟ ਦੇ ਵਿੱਚ ਗੱਲ ਸੁਣਵਾਈ ਨਹੀਂ ਹੋਈ। ਉਹਨਾਂ ਨੇ ਇਸ ਮਾਮਲੇ ਨੂੰ ਇੱਥੇ ਛੱਡਿਆ ਨਹੀਂ, ਦਿਲ ਨਹੀਂ ਛੱਡਿਆ ਔਰ ਉਸ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਗਏ। ਸੁਪਰੀਮ ਕੋਰਟ ਦੇ ਵਿੱਚ ਮੁਕੱਦਮਾ ਅਜੇ ਚੱਲ ਰਿਹਾ ਸੀ ਔਰ ਬੜੀ ਹੈਰਾਨੀ ਦੀ ਗੱਲ ਹੋਈ, ਇਹਨਾਂ ਦੇ ਨਾਲ ਜੈਨ ਅਤੇ ਬੌਧ ਸੰਸਥਾਵਾਂ ਵੀ ਨਾਲ ਜੁੜ ਗਈਆਂ। ਉਹਨਾਂ ਨੇ ਵੀ ਮੰਗ ਕੀਤੀ ਕਿ ਜਿਹੜੀ ਮੰਗ ਇਹ ਕਰ ਰਹੇ ਹਨ ਸਾਨੂੰ ਵੀ ਉਸ ਦੇ ਵਿੱਚ ਸ਼ਾਮਲ ਕੀਤਾ ਜਾਏ। ਸਾਨੂੰ ਖੁਸ਼ੀ ਹੈ ਕਿ ਡਾਕਟਰ ਪ੍ਰੋਫੈਸਰ ਬੀਬੀ ਬਰਿੰਦਰ ਕੌਰ ਜੀ ਸਾਡੇ ਨਾਲ ਜੁੜੇ ਹਨ। ਬਰਿੰਦਰ ਕੌਰ ਜੀ, ਗੈਟ ਪੰਜਾਬੀ ਰਾਹੀਂ ਅਮਰੀਕਾ ਤੇ ਕੈਨੇਡਾ ਦੇ ਦਰਸ਼ਕਾਂ ਦੇ ਰੂਬਰੂ ਹੋਣ ਲਈ ਤੁਹਾਡਾ ਨਿੱਘਾ ਸਵਾਗਤ। ਜੀ ਆਇਆਂ ਨੂੰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ, ਥੈਂਕ ਯੂ। ਬੀਬੀ ਜੀ, ਇਹ ਦੱਸੋਗੇ ਕਿ ਇਹ ਮੁਕੱਦਮਾ ਹੈ ਕੀ ਤੇ ਇਸ ਦੀ ਸੰਖੇਪ ਜਾਣਕਾਰੀ ਜੇ ਸਾਡੇ ਦਰਸ਼ਕਾਂ ਨੂੰ ਦੱਸ ਸਕੋ, ਇਹ ਕੀ ਹੈ, ਕਿਉਂ ਲੋੜ ਪਈ ਤੇ ਤੁਸੀਂ ਹੀ ਇਸ ਨੂੰ ਆਪਣੇ ਹੱਥ ਵਿੱਚ ਕਿਉਂ ਲਿਆ? ਇਹ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ, ਇਹ ਸਿੱਖ ਕੌਮ ਦਾ ਮੁੱਦਾ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਹੈ। ਜਦੋਂ ਦਾ ਪਾਰਟੀਸ਼ਨ ਹੋਈ ਹੈ ਉਦੋਂ ਤੋਂ ਹੀ ਇੱਕ ਆਰਟੀਕਲ 25 ਬਾਰੇ ਆਪਾਂ ਸਾਰੇ ਜਾਣਦੇ ਹਾਂ ਕਿ ਉਹਦੇ ਕਰਕੇ ਸਾਡੀ ਮੰਗ ਜਦੋਂ ਦੀ ਪਾਰਟੀਸ਼ਨ ਉਦੋਂ ਤੋਂ ਚੱਲ ਰਹੀ ਹੈ। ਆਪਣੇ ਸਿੱਖ ਰਿਪਰੈਜ਼ੈਂਟੇਟਿਵ ਨੇ ਸਾਈਨ ਵੀ ਨਹੀਂ ਕੀਤੀ ਹੋਈ ਕਨਸਟੀਟਿਊਸ਼ਨ ਜੀ। ਔਰ ਫਿਰ ਜਦੋਂ ਮੈਂ ਆਈ ਫੈਲਟ ਕਿ ਲੈਟ ਮੀ ਸੀ ਕਿ ਇਸ਼ੂ ਹੈ ਕੀ ਹੈ। ਆਈ ਵਾਂਟਡ ਟੂ ਸਟੱਡੀ ਕਿ ਲੀਗਲੀ ਕੀ ਲਿਖਿਆ ਹੋਇਆ ਹੈ ਔਰ ਕੀ ਇਹਦਾ ਮਤਲਬ ਹੈ ਔਰ ਕੀ ਇਸ਼ੂ ਕੀ ਹੈ ਜੀ, ਸਾਡੀ ਮੰਗ ਕੀ ਹੈ। ਬਿਕੋਜ਼ ਲਾਅ ਇਜ਼ ਨਾਟ ਮਾਈ ਸਬਜੈਕਟ ਜੀ, ਸੋ ਆਈ ਥਾਟ ਲੈਟ ਮੀ ਸਟੱਡੀ ਇਟ ਵਟਐਵਰ ਐਕਸਟੈਂਟ ਆਈ ਕੈਨ ਜੀ। ਸੋ ਜਦੋਂ ਮੈਂ ਪੜ੍ਹਿਆ ਇਹਨੂੰ ਔਰ ਆਰਟੀਕਲ 25 ਤੇ ਵੀ ਸਾਫ਼ ਨਜ਼ਰ ਆਉਂਦਾ ਹੈ ਕਿ ਥੋੜੀ ਉਹਦੀ ਵਰਡਿੰਗ ਬੈਟਰ ਹੋ ਸਕਦੀ ਹੈ ਜੀ। ਔਰ ਉਹ ਜਿਹੜੀ ਆਪਣੀ ਇੱਕ ਕਮਿਸ਼ਨ ਵੀ ਬਣਾਈ ਸੀਗੀ ਜੀ ਟੂ ਰਿਵਿਊ ਦ ਵਰਕਿੰਗ ਆਫ ਦ ਕਨਸਟੀਟਿਊਸ਼ਨ, ਉਹਨਾਂ ਨੂੰ ਸਿੱਖ ਆਰਗੇਨਾਈਜੇਸ਼ਨਸ ਨੇ ਰਿਪਰੈਜ਼ੈਂਟ ਵੀ ਕੀਤਾ ਸੀ ਔਰ ਉਸ ਕਮਿਸ਼ਨ ਨੇ ਡਿਮਾਂਡ ਨੂੰ ਮੰਨਿਆ ਵੀ ਸੀ ਜੀ। ਉਹਨਾਂ ਨੇ ਵੀ ਐਕਨੋਲੇਜ ਕੀਤਾ ਸੀਗਾ ਕਿ ਇਹਦੀ ਵਰਡਿੰਗ ਚੇਂਜ ਹੋਣੀ ਚਾਹੀਦੀ ਹੈ ਜੀ ਜੀ। ਲੇਕਿਨ then I tried to study ਆਪਾਂ ਜਿਵੇਂ ਰਜਿਸਟ੍ਰੇਸ਼ਨ ਆਫ ਮੈਰਿਜਸ ਦਾ ਵੀ ਇਸ਼ੂ ਆਇਆ ਹਾਂਜੀ। then I tried to study ਕਿ ਇਹਦੀ ਇੰਪਲੀਕੇਸ਼ਨਸ ਕੀ ਨੇ ਇਸ ਆਰਟੀਕਲ ਦੀਆਂ, ਜਿਹੜੇ ਲੈਜਿਸਲੇਸ਼ਨ ਬਣਦੀ ਹੈ ਉਹਨਾਂ ਉੱਤੇ ਕੀ ਇੰਪਲੀਕੇਸ਼ਨਸ ਹੈ ਜੀ। so when I studied those legislation dealing with personal laws and income tax etc, I felt कि there was because of that similar nature error is there in the legislation you know that because of legislative error there is confusion because of that the minorities get mislabeled and they feel that they are being treated as part of Hindu ਜੀ। ਮੈਂ ਭੈਣ ਜੀ ਇਹਦੇ ਬਾਰੇ ਤੁਹਾਡੇ ਨਾਲ ਇੱਕ ਗੱਲ ਕਹਿਣੀ ਚਾਹਾਂਗਾ, ਕਿਉਂਕਿ ਜਿਹੜਾ ਕਾਨੂੰਨ ਧਾਰਾ 25(2) ਦੇ ਵਿੱਚ ਬਹੁਤ ਸਾਫ਼ ਲਫ਼ਜ਼ਾਂ ਦੇ ਵਿੱਚ ਜਿਹੜਾ ਲਿਖਿਆ ਹੋਇਆ ਸੀ ਕਿ ਹਿੰਦੂ ਲਾ ਜਿਹੜਾ ਹੈ ਐਪਲੀਕੇਸ਼ਨ ਹੋਏਗੀ ਸਿੱਖਾਂ ਤੇ ਬੋਧੀਆਂ ਤੇ ਜੈਨੀਆਂ ਦੇ ਉੱਤੇ, ਤੇ ਉਹਦੇ ਤੇ ਇਹ ਸੀਗਾ ਕਿ ਇਹਨਾਂ ਨੇ ਫਿਰ ਉਸ ਦੇ 'ਚ ਹਿੰਦੂ ਕੋਡ ਬਿੱਲ ਲਿਆ ਕੇ ਜਿਹੜੇ ਕਾਨੂੰਨ ਬਣਾਏ, ਭਾਵੇਂ ਉਹ ਹਿੰਦੂ ਐਂਡੋਮੈਂਟ ਐਕਟ ਹੈ, ਭਾਵੇਂ ਉਹ ਹਿੰਦੂ ਸਕਸੈਸ਼ਨ ਐਕਟ ਹੈ, ਜਿਹੜਾ ਹਿੰਦੂ ਕੋਡ ਬਿੱਲ ਸਾਰੇ ਦਾ ਸਾਰਾ ਸੀ ਉਹਦੇ ਵਿੱਚ ਬਾਕੀਆਂ ਨੂੰ ਲੇਬਲਿੰਗ ਕੀਤੀ। ਸੋ ਤੁਹਾਨੂੰ ਉਹਦੇ ਕੇਵਲ ਲੇਬਲਿੰਗ ਦੇ ਉੱਤੇ ਇਤਰਾਜ਼ ਸੀ ਕਿ ਕਾਨੂੰਨ ਦੇ ਉੱਤੇ ਇਤਰਾਜ਼ ਸੀ? ਕਾਨੂੰਨ ਜਿਹੜਾ ਦੇਖੋ ਜਿਹੜਾ ਕਾਨੂੰਨ ਹੈ, ਜਿਹੜਾ ਸਾਡੇ ਪਰਸਨਲ ਲਾਜ਼ ਨੇ ਜੀ, these laws are very progressive laws, ਜਿਹੜੇ ਕਨਸਟੀਟਿਊਸ਼ਨ ਚ ਲਾਅ ਨੇ, they are based on equality, they are based on gender equality ਜੀ। ਔਰ ਸਿੱਖ ਕੌਮ ਦੀ ਵੀ ਅੱਜ ਤੱਕ ਕੋਈ ਐਸੀ ਡਿਮਾਂਡ ਨਹੀਂ ਆਈ ਜਿਹਦੇ ਵਿੱਚ ਉਹਨਾਂ ਨੇ ਕਿਹਾ ਹੋਵੇ ਕਿ ਇਹ ਚੀਜ਼ ਇੰਜ ਨਹੀਂ ਤੇ ਸਾਡੇ ਧਰਮ ਦੇ ਖਿਲਾਫ ਹੈ। ਹਾਂਜੀ ਹਾਂਜੀ, ਕੋਈ ਵੀ ਐਸਾ ਇਸ਼ੂ ਅੱਜ ਤੱਕ ਸਿੱਖ ਕੌਮ ਨੇ ਰੇਜ਼ ਨਹੀਂ ਕੀਤਾ ਕਿਸੇ ਵੀ ਪ੍ਰੋਵੀਜ਼ਨ ਬਾਰੇ ਜੀ ਜੀ ਜੀ। ਔਰ ਕਿਉਂਕਿ ਪ੍ਰੋਵੀਜ਼ਨ ਸਾਰੀਆਂ ਯੂਨੀਵਰਸਲ ਨੇ, ਮਾਡਰਨ ਨੇ ਔਰ ਸਾਡੀ ਆਈਡੀਓਲੋਜੀ ਨਾਲ ਮੇਲ ਖਾਂਦੀਆਂ ਨੇ। ਹਾਂਜੀ ਹਾਂਜੀ। ਔਰ ਸਿਰਫ ਜੇ ਇੱਥੇ ਕਿਉਂਕਿ ਜਿਵੇਂ ਇੰਡੀਅਨ ਪੀਨਲ ਕੋਡ ਹੈ, ਅਸੀਂ ਪੀਨਲ ਕੋਡ ਵਿੱਚ ਵੀ ਸਾਰੇ ਧਰਮਾਂ ਤੇ ਸੇਮ ਅਪਲਾਈ ਹੋ ਰਿਹਾ। ਮੁਸਲਮਾਨਾਂ ਦਾ ਆਪਣਾ ਧਾਰਮਿਕ ਸਿਸਟਮ ਹੈ ਸਜ਼ਾ ਦੇਣ ਦਾ ਜੀ, ਪਰ ਉਹਨਾਂ ਨੂੰ ਵੀ ਕੋਈ ਓਬਜੈਕਸ਼ਨ ਨਹੀਂ ਹੈ ਕਿਉਂਕਿ ਉਹਨੂੰ ਅਸੀਂ ਇੰਡੀਅਨ ਪੀਨਲ ਕੋਡ ਕਹਿੰਦੇ ਹਾਂ। ਉਹ ਵੀ ਯੂਨੀਵਰਸਲ ਆਲਮੋਸਟ ਵੈਲਿਊਜ਼ ਤੇ ਬੇਸਡ ਹੈ, ਧਰਮ ਦੀਆਂ ਵੈਲਿਊਜ਼ ਤੇ ਬੇਸਡ ਨਹੀਂ ਹੈ ਜੀ ਜੀ। ਔਰ ਇਹ ਜਿਹੜਾ
ਜਿਹੜਾ ਆਰਟੀਕਲ 25 ਹੈ ਨਾ, ਇਹ ਵੈਸੇ ਵੀ ਇਹ ਪਰਸਨਲ ਲਾਜ਼ ਬਾਰੇ ਨਹੀਂ ਹੈਗਾ। ਹਾਂਜੀ, ਇਟ ਇਜ਼ meant for freedom of religion, ਜੀ ਜੀ, which we enjoy, which we have। ਜੀ ਜੀ, ਆਪਣੀਆਂ ਸੰਸਥਾਵਾਂ ਨੇ, ਐਜੂਕੇਸ਼ਨਲ ਸੰਸਥਾਵਾਂ ਨੇ, ਰਿਲੀਜੀਅਸ ਸੰਸਥਾਵਾਂ ਨੇ, ਅਸੀਂ ਉਹਨਾਂ ਨੂੰ ਆਪ ਮੈਨੇਜ ਕਰ ਰਹੇ ਹਾਂ। ਜੀ ਜੀ, ਇਹ ਆਰਟੀਕਲ 25 ਫਰੀडम ਆਫ ਰਿਲੀਜਨ ਹੈ। ਹਾਂਜੀ, ਇਹਦਾ ਜੇ ਅਸੀਂ ਕਨਸਟੀਟਿਊਐਂਟ ਅਸੈਂਬਲੀ ਦੀਆਂ ਡਿਬੇਟਸ ਵੀ ਫਿਰ ਮੈਂ ਪੜ੍ਹੀਆਂ, ਉਹਨਾਂ ਵਿੱਚ ਵੀ ਸਾਫ਼ ਜ਼ਾਹਿਰ ਹੈ ਕਿ ਜਿਹੜਾ ਸਿਵਲ ਲਾਅ ਹੋਣਾ ਚਾਹੀਦਾ ਹੈ ਉਹ ਆਰਟੀਕਲ 25 ਤੋਂ ਨਹੀਂ ਡਿਰਾਈਵ ਕਰਨਾ। ਜੀ ਜੀ, ਪਰ ਫॉर ਸਮ ਰੀਜ਼ਨ ਉਹ ਬਸ ਸਿਰਫ ਉੱਥੇ ਇੱਕ ਐਕਸਪ੍ਰੈਸ਼ਨ ਸੀਗਾ, ਉਹਨੂੰ ਹੀ ਚੱਕ ਕੇ ਉਸੇ ਬੇਸ ਤੇ ਬਣਦਾ ਰਿਹਾ ਸਾਰਾ ਕੁਝ, ਜਿਹਦੇ ਕਰਕੇ ਪ੍ਰੋਬਲਮ ਆ ਰਹੀ ਹੈ। ਨਹੀਂ ਤੇ ਐਸ 6 ਆਰਟੀਕਲ 25 ਸਾਨੂੰ ਆਪਣੇ ਗੁਰਦੁਆਰੇ ਅਸੀਂ ਆਪਣੇ ਚਲਾ ਰਹੇ ਹਾਂ। ਹਾਂਜੀ, ਅਸੀਂ ਸਾਰੇ ਆਪਣੇ ਅਫੇਅਰਸ ਮੈਨੇਜ ਕਰ ਰਹੇ ਹਾਂ। ਦੇयर इज नो ਇੰਟਰਫੇरेंस from the government on this, I mean in the sense ਕਿ they are not interfering in our management। ਜੀ ਬਿਲਕੁਲ, ਜਿਹੜੀ ਤੁਸੀਂ ਇਹ ਗੱਲ ਦੱਸ ਰਹੇ ਹੋ, ਹੁਣ ਹਿੰਦੁਸਤਾਨ ਵਿੱਚ ਵੀ ਇੰਡੀਅਨ ਕ੍ਰਿਸਚੀਅਨ ਐਕਟ ਵੱਖਰਾ ਹੈਗਾ, ਮੁਸਲਿਮ ਪਰਸਨਲ ਲਾਅ ਸ਼ਰੀਅਤ ਐਪਲੀਕੇਸ਼ਨ ਐਕਟ ਵੀ ਹੈਗਾ, ਪਾਰਸੀ ਮੈਰਿਜ ਐਂਡ ਡਾਈਵੋਰਸ ਐਕਟ ਵੀ ਹੈਗਾ, ਪਰ ਜਿਹੜੇ ਸਿੱਖਾਂ ਨੂੰ ਨਹੀਂ ਦੇਣਾ, ਵੱਖਰਾ ਨਹੀਂ ਦੇਣਾ, ਇਹ ਤਾਂ ਬਿਲਕੁਲ ਸਹੀ ਹੈ ਕਿ ਇੱਕ ਸੈਕਸ਼ਨ ਜਿਹੜਾ ਹੈਗਾ ਉਹ ਸਿੱਖਾਂ ਦੀ ਵੱਖਰੀ ਹੋਂਦ ਨੂੰ ਮੰਨਣ ਨੂੰ ਤਿਆਰ ਹੀ ਨਹੀਂ ਸੀ ਕਿ ਸਿੱਖੀਜ਼ਮ ਕੋਈ ਇੰਡੀਪੈਂਡੈਂਟ ਰਿਲੀਜਨ ਹੈ, ਜਿਹਦੀ ਬੁਨਿਆਦ ਸ਼ਾਇਦ ਇਹੀ ਸੀ। ਮਗਰ ਜਿਹੜਾ ਪੰਡਿਤ ਜਵਾਹਰ ਲਾਲ ਨਹਿਰੂ ਨੇ ਵੀ ਜੋ ਸਟੇਟਸਮੈਨ ਦੇ ਵਿੱਚ 1949 ਚ ਬਿਆਨ ਦਿੱਤਾ, ਜਿਹੜਾ ਤੁਸੀਂ ਵੀ ਕੋਟ ਕੀਤਾ ਕਿ ਹਿੰਦੁਸਤਾਨ ਵਿੱਚ ਜ਼ਰੂਰ ਹੈ ਕਿ ਹਿੰਦੂਆਂ ਦੀ ਮੈਜੋਰਿਟੀ ਹੈ, ਪਰ ਜੇਕਰ ਇਸ ਦੇ ਉੱਤੇ ਇਹਨੂੰ ਹਿੰਦੂ ਰਾਸ਼ਟਰ ਡਿਕਲੇਅਰ ਕੀਤਾ ਜਾਏ, ਇਹਦਾ ਮਤਲਬ ਹੈਗਾ ਕਿ ਜਿਹੜੇ ਮਿਨੋਰਿਟੀਜ਼ ਹੈ ਉਹ 100% ਸਿਟੀਜ਼ਨ ਨਹੀਂ ਹੈਗੇ। ਪਰ ਸਵਾਲ ਇਹ ਹੈਗਾ ਕਿ ਜਿਹੜਾ ਇੱਕ ਬੁਨਿਆਦੀ ਸਵਾਲ ਸੀ, ਮੈਨੂੰ ਇੱਕ ਥੋੜੀ ਜਿਹੀ ਹੈਰਾਨੀ ਵੀ ਔਰ ਖੁਸ਼ੀ ਵੀ ਔਰ ਐਪਰੀਸੀਏਸ਼ਨ ਵੀ ਹੈ ਕਿ ਵੱਡੀਆਂ ਸੰਸਥਾਵਾਂ ਨੇ ਇਹ ਕੇਸ ਨਹੀਂ ਕੀਤਾ, ਤੁਸੀਂ ਇੰਡੀਵਿਜੂਅਲ ਨੇ ਇਹ ਕੇਸ ਕੀਤਾ ਇੱਕ ਨਿੱਜੀ ਵਿਅਕਤੀ ਵੱਲੋਂ, ਔਰ ਫਿਰ ਉਹਦੇ ਵਿੱਚ ਬੋਧੀ ਤੇ ਜੈਨ ਸੰਸਥਾਵਾਂ ਜੁੜ ਗਈਆਂ। ਤੁਸੀਂ ਦੂਜਿਆਂ ਨੂੰ ਕਿਉਂ ਨਹੀਂ ਅਪਰੋਚ ਕੀਤੀ ਕਰਨ ਲਈ ਜਿਵੇਂ ਆਮ ਤੌਰ ਤੇ ਹੁੰਦਾ? ਸਿੱਖ ਸੰਸਥਾਵਾਂ ਵੀ ਜੁੜੀਆਂ ਨੇ ਜੀ, ਇੰਟਰਨੈਸ਼ਨਲ ਸਿੱਖ ਕਨਫੈਡਰੇਸ਼ਨ, ਉਹ ਤੁਹਾਡੇ ਨਾਲ ਜੁੜੀਆਂ, ਪਰ ਅਗਵਾਈ ਤੁਸੀਂ ਦਿੱਤੀ ਹੈ, ਮੈਂ ਇਹ ਗੱਲ ਕਹਿ ਰਿਹਾ, ਅਗਵਾਈ ਤੁਸੀਂ ਦਿੱਤੀ ਹੈ। ਹਾਂਜੀ, ਇਹ ਦਰਅਸਲ ਮੈਂ ਸ਼ੁਰੂ ਚ ਤੁਹਾਨੂੰ ਕਿਹਾ, ਆਈ ਵਾਂਟਡ ਟੂ ਅੰਡਰਸਟੈਂਡ ਕਿ ਕੇਸ ਹੈ ਕੀ ਹੈ ਜੀ। ਜਦੋਂ ਮੈਂ ਇਹਨੂੰ ਸਾਰਾ ਡਿਟੇਲ ਵਿੱਚ ਪੜਿਆ ਐਂਡ ਆਈ ਟਰਾਈ ਟੂ ਅੰਡਰਸਟੈਂਡ, ਇੰਡੀਆ ਦੀ ਕਨਸਟੀਟਿਊਸ਼ਨ ਵਿੱਚ ਸਾਨੂੰ ਪੂਰਾ ਸਟੇਟਸ ਮਿਲਿਆ ਹੋਇਆ ਹੈ। ਮਾਈਨੋਰਿਟੀਜ਼ ਨੂੰ ਪ੍ਰੋਟੈਕਸ਼ਨ ਵਾਸਤੇ ਵੀ ਬੜੇ ਲਾਜ਼ ਨੇ, ਕਮਿਸ਼ਨਸ ਨੇ, ਔਰ ਯੂ نو ਇਨ ਦ ਲੀਗਲ ਫਰੇਮਵਰਕ ਸਾਨੂੰ ਕਨਸਟੀਟਿਊਸ਼ਨਲੀ ਸਾਨੂੰ ਕੋਈ ਕਿਸੇ ਕਿਸਮ ਦੀ ਸਾਨੂੰ ਕੋਈ ਮਤਲਬ ਕੋਈ ਸਾਨੂੰ ਡਿਸਕ੍ਰਿਮੀਨੇਟ ਨਹੀਂ ਕਰ ਸਕਦਾ। ਦੇयर ਆਰ ਆਲ ਕਾਈਂਡਸ ਆਫ ਲੈਜਿਸਲੇਸ਼ਨ ਇਨ ਪਲੇਸ। ਜੀ ਜੀ ਜੀ, ਸੋ ਵੀ ਹੈਵ ਟੂ ਸੀ ਕਿ ਪ੍ਰੋਬਲਮ ਕੀ ਹੈ ਔਰ ਉਹਦਾ ਹੱਲ ਕੀ ਹੈ। ਪ੍ਰੋਬਲਮ ਇਜ਼ देयर ਬਿਕੋਜ਼ ਨੈਚੁਰਲੀ ਅਸੀਂ ਇੰਨੀ ਦੇਰ ਤੋਂ ਜੇ ਸਾਨੂੰ ਕੋਈ ਫੀਲਿੰਗ ਆ ਰਹੀ ਹੈ ਤਾਂ ਆਵਰ ਕੰਟਰੀ ਮਸਟ ਐਡਰੈਸ ਇਟ, ਯੂ نو। ਉਹਨੂੰ ਹੁਣ ਔਰ ਜੇ ਤੁਸੀਂ ਪੂਰੀ ਓਵਰਆਲ ਪਿਕਚਰ ਨੂੰ ਸਟੱਡੀ ਕਰੋਗੇ ਕਿ ਕਿੱਥੇ ਸਾਡੇ ਨਾਲ ਕੀ ਹੋ ਰਿਹਾ ਹੈ, ਕਿੱਥੇ ਸਾਨੂੰ ਫੀਲਿੰਗ ਆ ਰਹੀ ਹੈ ਔਰ ਉਹ ਕਿਉਂ ਆ ਰਹੀ ਹੈ। ਜੇ ਕਨਸਟੀਟਿਊਸ਼ਨ ਸੈਕੂਲਰ ਹੈ, ਜੇ ਸਾਨੂੰ ਇਕੁਅਲ ਟ੍ਰੀਟ ਕਰਦੀ ਹੈ, ਫਿਰ ਕਿਉਂ ਆ ਰਹੀ ਹੈ ਪ੍ਰੋਬਲਮ? this is what I felt, and I could not, I did approach some Sikh organizations, but I could not put my point across. You know, and nobody thought that what I'm saying it can, you know, reach, and very Paramatma ਦੀ ਮਿਹਰ ਨਾਲ at least ਮੈਨੂੰ ਇਹ ਸੀਗਾ ਕਿ ਇਹਦੀ ਸੁਣਵਾਈ ਤਾਂ ਹੋਵੇ, ਜੋ ਮੈਂ ਕਹਿ ਰਹੀ ਹਾਂ ਉਹਨੂੰ ਕੋਈ ਸੁਣੇ ਤਾਂ ਸਹੀ। ਹਾਈ ਕੋਰਟ ਨੇ, ਪੰਜਾਬ ਹਰਿਆਣਾ ਹਾਈ ਕੋਰਟ ਨੇ ਤਾਂ ਬਿਲਕੁਲ ਸੁਣੀ ਨਹੀਂ ਗੱਲ, ਸੁਣਨ ਤੋਂ ਬਗੈਰ ਹੀ ਉਹਨਾਂ ਨੇ ਡਿਸਮਿਸ ਕਰ ਦਿੱਤਾ। ਵੈਰੀ ਫੋਰਚੂਨੇਟਲੀ ਹਾਂਜੀ, ਵੈਸੇ ਬਹੁਤ ਵਧਾਈ ਤੁਹਾਨੂੰ ਦੇ ਸਕਦੇ ਹਾਂ ਅਸੀਂ। ਹੁਣ ਜੇ ਅਸੀਂ ਬਾਰ-ਬਾਰ ਕੋਟ ਕਰੀਏ, ਫਿਰ ਇੱਕ ਵਾਰ ਜਵਾਹਰ ਲਾਲ ਨਹਿਰੂ ਦੀ ਕੋਟ ਜਿਹੜੀ ਤੁਸੀਂ ਵੀ ਕੀਤੀ ਹੈ ਕਿ ਬੁੱਧਿਜ਼ਮ ਐਂਡ ਜੈਨਿਜ਼ਮ ਵਰ ਸਰਟਨਲੀ ਨਾਟ ਹਿੰਦੂਇਜ਼ਮ ਔਰ ਈਵਨ ਦਾ ਵੈਦਿਕ ਧਰਮਾ, ਇਹ ਸਾਰਾ ਕੁਝ। ਪਰ ਦੂਜੇ ਪਾਸੇ ਜਦੋਂ ਸਿੱਖਾਂ ਦੀ ਗੱਲ ਆਉਂਦੀ ਹੈ, ਇਹਨਾਂ ਨੂੰ ਵੱਖਰਾ ਸਟੇਟਸ ਦੇਣ ਲਈ, ਇਹਨਾਂ ਨੂੰ ਸਿੱਖ ਅਖਵਾਉਣ ਲਈ ਵੀ ਐਡੀ ਵੱਡੀ ਜਦੋਜਹਿਦ ਕਰਨੀ ਪੈਂਦੀ ਹੈ, ਨੰਬਰ 1। ਨੰਬਰ 2, ਹੁਣ ਅੱਜ ਵੀ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਇਲੈਕਸ਼ਨ ਮੈਨੀਫੈਸਟੋ ਜਾਰੀ ਹੋਇਆ, ਉਹਦੇ ਵਿੱਚ ਉਹਨਾਂ ਨੇ ਯੂਨੀਫਾਰਮ ਸਿਵਲ ਕੋਡ ਦੀ ਗੱਲ ਕੀਤੀ ਹੈ, ਵੇਅਰ ਐਜ਼ ਤੁਹਾਡੀ ਡਿਮਾਂਡ ਜਾਂ ਸਿੱਖਾਂ ਦੀ ਡਿਮਾਂਡ, ਸ਼੍ਰੋਮਣੀ ਕਮੇਟੀ ਦੀ ਡਿਮਾਂਡ ਸੀ ਕਿ ਸਾਡਾ ਪਰਸਨਲ ਲਾਅ ਬਿਲਕੁਲ ਵੱਖਰਾ ਹੋਣਾ ਚਾਹੀਦਾ। ਔਰ ਇਹਦੇ ਤੇ ਬੜਾ ਸੋਹਣਾ ਜਵਾਬ ਕੇਜਰੀਵਾਲ ਨੇ ਦਿੱਤਾ ਹੈ।
ਉਹਨਾਂ ਦਾ ਕਹਿਣਾ ਹੈ ਕਿ ਠੀਕ ਹੈ ਜੇ ਕਾਮਨ ਸਿਵਲ ਲਾ ਹੋਣਾ ਚਾਹੀਦਾ ਹੈ ਦੈਨ ਫਿਰ ਹਰਜ ਕੀ ਹੈ ਜੇਕਰ ਅਸੀਂ ਉਸ ਨੂੰ ਮੁਸਲਿਮ ਲਾ ਲਾਗੂ ਕਰ ਦਈਏ ਜਾਂ ਸਿੱਖ ਲਾ ਲਾਗੂ ਕਰ ਦਈਏ ਜਾਂ ਜੈਨ ਲਾ ਲਾਗੂ ਕਰ ਦਈਏ, ਵਾਈ ਇਟ ਹੈਜ਼ ਟੂ ਬੀ ਹਿੰਦੂ ਲਾ। ਤੁਸੀਂ ਇਸ ਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਬੀਜੇਪੀ ਦੀ ਇਹ ਡਿਮਾਂਡ ਯੂਨੀਵਰਸਲ ਸਿਵਲ ਕੋਡ, ਯੂਨੀਫਾਰਮ ਸਿਵਲ ਕੋਡ ਲਾਗੂ ਕੀਤਾ ਜਾਏ, ਔਰ ਦੂਜੇ ਪਾਸੇ ਸਿੱਖਾਂ ਦੀ ਡਿਮਾਂਡ, ਤੁਹਾਡੀ ਵੀ ਡਿਮਾਂਡ ਕਿ ਸਾਡਾ ਪਰਸਨਲ ਲਾ ਹੋਏ, ਇਹਨਾਂ ਦੋਨਾਂ ਨੂੰ ਤੁਸੀਂ ਕਿਵੇਂ ਕੋਆਰਡੀਨੇਟ ਕਰਕੇ ਦੇਖਣ ਦੀ ਕੋਸ਼ਿਸ਼ ਕਰੋਗੇ? ਮੈਂ ਫੀਲ ਕਰਦੀ ਹਾਂ ਜੀ, ਮੈਂ ਨਹੀਂ ਫੀਲ ਕਰਦੀ ਕਿ ਜਿਹੜਾ ਅੱਜ ਕੱਲ ਜਿਹੜਾ ਲਾਅ ਹੈ ਉਹ ਸਿੱਖ ਵੈਲਿਊ ਸਿਸਟਮ ਤੋਂ ਕੋਈ ਡਿਫਰੈਂਟ ਹੈ ਜੀ। ਸਾਡੀ ਪਟੀਸ਼ਨ ਦੀ ਜੋ ਡਿਮਾਂਡ ਹੈ ਉਹ ਸਿੱਖ ਪਰਸਨਲ ਲਾਅ ਨਹੀਂ ਹੈ। ਆਈ ਵਾਂਟ ਟੂ ਮੇਕ ਇਟ ਵੈਰੀ ਕਲੀਅਰ ਫਰੋਮ, ਮੈਂ ਆਪਣੀ ਈਮੇਲ ਹਮੇਸ਼ਾ ਟਾਈਮ ਟੂ ਟਾਈਮ ਇਹ ਲਿਖਦੀ ਹਾਂ ਤੇ ਉਹ ਕਿਉਂ ਨਹੀਂ ਹੈ, ਕਿਉਂਕਿ ਜਿਹੜਾ ਕਰੰਟ ਜੋ ਮੈਂ ਮਹਿਸੂਸ ਕਰਦੀ ਹਾਂ, ਜੋ ਕਰੰਟ ਪ੍ਰੋਵੀਜ਼ਨਸ ਹਨ ਉਹ ਸਾਰੀਆਂ ਸਿੱਖ ਵੈਲਿਊ ਸਿਸਟਮ ਦੇ ਨਾਲ ਹਨ। ਸੋ ਰਾਦਰ ਜਿਹੜੀ ਕਨਸਟੀਟਿਊਸ਼ਨ ਆਫ ਇੰਡੀਆ ਹੈ ਇਟ ਇਜ਼ ਬੇਸਡ ਔਨ ਸਿੱਖ ਵੈਲਿਊਜ਼। ਹਾਂਜੀ, ਆਪਾਂ ਸਿਰਫ ਇੱਕ ਵਰਡ ਨੂੰ ਅਸੀਂ ਜ਼ਿਆਦਾ ਥੋੜੇ ਜਿਹੇ ਡਿਫੈਂਸਿਵ ਹੋ ਰਹੇ ਹਾਂ ਕਿਉਂਕਿ ਸਾਨੂੰ ਇਹ ਸੁਭਾਵਿਕ ਹੈ ਸ਼ਾਇਦ ਜੀ, ਅਸੀਂ ਥੋੜਾ ਜਿਹਾ ਜ਼ਿਆਦਾ ਓਵਰ ਰਿਐਕਟ ਕਰ ਰਹੇ ਹਾਂ ਟੂ ਦਿਸ ਵਰਡ ਬਿਕੋਜ਼ ਸਾਨੂੰ ਥੋੜਾ ਬੀਇੰਗ ਅ ਮਾਈਨੋਰਿਟੀ ਵੀ ਆਰ ਆਲਵੇਜ਼ ਡਿਫੈਂਸਿਵ ਹਾਂ ਅਸੀਂ ਕਿ ਸਾਡੀ ਕੋਈ ਆਈਡੈਂਟਿਟੀ ਨੂੰ ਨਾ ਕੁਝ ਹੋ ਜਾਏ। ਪਰ ਮੇਰੇ ਹਿਸਾਬ ਨਾਲ ਕੋਈ ਐਸਾ ਫੀਅਰ ਫੈਕਟਰ ਨਹੀਂ ਹੋਣਾ ਚਾਹੀਦਾ। ਕਨਸਟੀਟਿਊਸ਼ਨ ਆਫ ਇੰਡੀਆ ਇਜ਼ ਇਨ ਲਾਈਨ ਵਿਦ ਆਲ ਦ ਸਿੱਖ ਵੈਲਿਊਜ਼ ਜੀ। ਨਹੀਂ, ਉਹ ਮੈਂ ਤੁਹਾਡੇ ਨਾਲ ਆਪਣਾ ਪਰਸਨਲ ਇੱਕ ਮਿੰਟ ਜੀ, ਅਸੀਂ ਆਪਣਾ ਪਰਸਨਲ ਲਾਅ ਬਣਾਵਾਂਗੇ ਉਹ ਇਹੀ ਚੀਜ਼ਾਂ ਫਿਰ ਹੋਣਗੀਆਂ, ਇਹੀ ਚੀਜ਼ਾਂ ਅਸੀਂ ਬਣਾਵਾਂਗੇ। ਅਦਰ ਸਿੱਖ ਵੈਲਿਊਜ਼ ਹੀ ਇਹਦੇ ਵਿੱਚ ਨੇ, ਇਹਦੇ ਵਿੱਚ ਇਕੁਐਲਿਟੀ ਆਫ ਜੈਂਡਰਸ ਹੈ, ਕੋਈ ਸਤੀ ਨਹੀਂ ਹੈ, ਕੋਈ ਚਾਈਲਡ ਮੈਰਿਜ ਨਹੀਂ ਹੈ। ਤੁਸੀਂ ਆਪਣੀਆਂ ਵੈਲਿਊਜ਼ ਪੜ੍ਹ ਕੇ ਦੇਖੋ ਔਰ ਕਨਸਟੀਟਿਊਸ਼ਨ ਆਫ ਇੰਡੀਆ ਦੀਆਂ ਵੈਲਿਊਜ਼ ਪੜ੍ਹ ਕੇ ਦੇਖੋ, ਇਹਨਾਂ ਚ ਤੁਹਾਨੂੰ ਕੋਈ ਫਰਕ ਨਜ਼ਰ ਨਹੀਂ ਆਏਗਾ। ਇਹ ਸਗੋਂ ਕਨਸਟੀਟਿਊਸ਼ਨ ਹੈ ਹੀ ਸਿੱਖ ਵੈਲਿਊਜ਼ ਤੇ ਬੇਸਡ ਹੈ। ਅਸੀਂ ਵੀ ਆਰ ਜਸਟ ਓਵਰ ਰਿਐਕਟਿੰਗ ਟੂ ਦ ਵਰਡ ਹਿੰਦੂ ਵਿਚ ਸ਼ੁੱਡ ਬੀ ਚੇਂਜਡ ਇਨ ਦ ਇੰਡੀਅਨ ਨੇਸ਼ਨ ਬਿਕੋਜ਼ ਆਫ ਇੰਡੀਆ, ਬਿਕੋਜ਼ ਸਾਰੇ ਇਕੱਠੇ ਹੋਣੇ ਚਾਹੀਦੇ ਨੇ। ਮੇਰਾ ਆਈਡੀਆ ਹੈ ਕਿ ਅਸੀਂ ਸਾਰੇ ਸਿੱਖ ਜਿਹੜੇ ਛੋਟੇ ਛੋਟੇ ਇਰੀਟੈਂਟਸ ਜੈਨ ਸਿੱਖ ਔਰ ਬੁੱਧਿਸਟ ਨੂੰ ਹੈਗੇ ਨੇ ਸੈਂਟਰ ਨੂੰ ਰਿਮੂਵ ਕਰਨੇ ਚਾਹੀਦੇ ਨੇ ਔਰ ਸਾਰੀਆਂ ਕਮਿਊਨਿਟੀਜ਼ ਨੂੰ ਨੇੜੇ ਲੈ ਕੇ ਆਉਣਾ ਚਾਹੀਦਾ। ਹਾਂਜੀ ਬਿਲਕੁਲ ਇਹੀ ਗੱਲ, ਲਾਜ਼ ਨੂੰ ਅਸੀਂ ਯੂਨੀਵਰਸਲ ਲਾਜ਼ ਨੂੰ ਅਸੀਂ ਫੋਲੋ ਕਰੀਏ ਜੀ। ਬਿਲਕੁਲ ਯੂਨੀਵਰਸਲ ਲਾਅ ਨੂੰ ਫੋਲੋ ਜ਼ਰੂਰ ਕਰਨਾ ਚਾਹੀਦਾ ਹੈ। ਇੱਕੋ ਲਾਅ ਹੋਏ ਇਹਦੇ 'ਚ ਕੋਈ ਜ਼ਰੂਰੀ ਨਹੀਂ, ਪਰ ਗੱਲ ਇਹ ਜਿਹੜੀ ਕਹੀ ਜਾ ਰਹੀ ਹੈ ਇਹ ਜ਼ਰੂਰੀ ਨਹੀਂ ਕਿ ਫਿਰ ਉਹ ਹਿੰਦੂ ਲਾ ਹੋਏ, ਉਹ ਫਿਰ ਉਹਦੇ ਵਿੱਚ ਲਫ਼ਜ਼ ਤੁਹਾਨੂੰ ਇਤਰਾਜ਼ ਹਿੰਦੂ ਲਫ਼ਜ਼ ਦੇ ਸੀ ਨਾ ਕਿ ਕੰਟੈਂਟ ਆਫ ਦੀ ਲਾਅ ਦੇ ਸੀ। ਸਰ ਇਹ ਹਿੰਦੂ ਲਾਅ ਹੁਣ ਨਹੀਂ ਰਿਹਾ, ਇਹਦਾ ਸਿਰਫ ਵਰਡ ਹਿੰਦੂ ਰਹਿ ਗਿਆ ਹੈ ਜੀ। ਇਹਦੇ ਵਿੱਚ ਕੋਈ ਵੀ ਚਾਈਲਡ ਉਹ ਵਿਡੋ ਰੀਮੈਰਿਜ ਨਹੀਂ ਸੀ ਅਲਾਉਡ, ਮਤਲਬ ਸ਼ਾਸਤਰਾਂ ਤੇ ਨਹੀਂ ਆਧਾਰਿਤ ਹੈ ਜੀ। ਹਾਂ ਬਿਲਕੁਲ ਵੀ ਨਹੀਂ ਹੈ, ਇਹਦੇ ਵਿੱਚ ਕੋਈ ਵੀ ਵੈਲਿਊ ਹਿੰਦੂ ਰਿਲੀਜਨ ਤੇ ਬੇਸਡ ਨਹੀਂ ਹੈ। ਹਾਂਜੀ ਤੁਸੀਂ ਪੜ੍ਹ ਕੇ ਦੇਖੋ, ਸੈਰੇਮਨੀ ਆਪਣੀ ਸਾਰਿਆਂ ਦੀ ਹੈ, ਸਾਡੀ ਸੈਰੇਮਨੀ ਵੀ ਰੈਕਗਨਾਈਜ਼ਡ ਹੈ ਜੀ। ਅਸੀਂ ਜਦੋਂ ਆਨੰਦ ਕਾਰਜ ਨਾਲ ਵਿਆਹ ਹੁੰਦਾ ਸਾਡਾ ਉਹ ਸੈਰੇਮਨੀ ਰੈਕਗਨਾਈਜ਼ਡ ਹੈ ਜੀ। ਇਹਦੇ ਵਿੱਚ ਕੋਈ ਵੀ ਵੈਲਿਊ ਨਹੀਂ ਹੈ ਜਿਹੜੀ ਹਿੰਦੂ ਧਰਮ ਤੇ ਬੇਸਡ ਹੈ ਔਰ ਕੋਈ ਵੀ ਵੈਲਿਊ ਨਹੀਂ ਹੈ ਜਿਹੜੀ ਸਿੱਖ ਧਰਮ ਦੇ ਅਗੇਂਸਟ ਹੈ ਜੀ। ਆਪਾਂ ਇਹਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਆਪਾਂ ਇਹੋ ਜਿਹੇ ਇਸ਼ੂਜ਼ ਨੂੰ ਰਿਜ਼ੋਲਵ ਕਰਕੇ ਆਪਾਂ ਅੱਗੇ ਚੱਲੀਏ। ਸਾਡੇ ਕੰਮ ਹੋਰ ਨੇ, ਅਸੀਂ ਗੁਰੂ ਸਾਹਿਬ ਦਾ ਮੈਸੇਜ ਦੁਨੀਆ ਵਿੱਚ ਲੈ ਕੇ ਜਾਣਾ ਹੈ। ਅਸੀਂ ਇਹਨਾਂ ਨਾ ਸਾਡੀ ਆਈਡੈਂਟਿਟੀ ਨੂੰ ਕਨਸਟੀਟਿਊਸ਼ਨ ਵਿੱਚ ਪੂਰੀ ਪ੍ਰੋਟੈਕਸ਼ਨ ਹੈਗੀ ਹੈ। ਸਿਰਫ ਉਹ ਮੈਂ ਜੋ ਸੋਚਦੀ ਹਾਂ ਕਿ ਸਿਰਫ ਇਹ ਲੈਜਿਸਲੇਟਿਵ ਮਿਸ ਰਿਪਰੈਜ਼ੈਂਟੇਸ਼ਨ ਹੋਈ ਉਹਦੇ ਨਾਲ ਸਾਨੂੰ ਫੀਲਿੰਗ ਆ ਰਹੀ ਹੈ, ਅਸੀਂ ਉਹਨੂੰ ਜੇ ਠੀਕ ਕਰਾ ਲਾਂਗੇ ਸਾਡੀਆਂ ਹੀ ਵੈਲਿਊਜ਼ ਨੇ ਸਾਡੀ ਕਨਸਟੀਟਿਊਸ਼ਨ ਵਿੱਚ, ਐਸੀ ਕੋਈ ਗੱਲ ਨਹੀਂ ਹੈ ਜਿਹੜੀ ਸਾਡੇ ਧਰਮ ਦੇ ਖਿਲਾਫ ਹੈ ਜੀ। ਤੇ ਜਿਹੜੇ ਜੈਨ ਤੇ ਬੋਧੀ ਤੁਹਾਡੇ ਨਾਲ ਸ਼ਾਮਲ ਹੋਏ ਉਹਨਾਂ ਨੇ ਆਪਣੇ ਆਪ ਹੋਏ ਜਾਂ ਉਹਨਾਂ ਦੇ ਪਿੱਛੇ ਕਿਹੜੀ ਕਾਰਨ ਸੀ ਕਿ ਉਹ ਵੀ ਇਸ ਦੇ ਵਿੱਚ ਜਿਹੜੇ ਹੈ ਇੰਟਰਵੀਨਰ ਬਣੇ? ਦੇਖੋ ਇਹ ਕਮਿਊਨਿਟੀਜ਼ ਜਿਹੜੀਆਂ ਨੇ ਜੈਨਸ ਔਰ ਬੁੱਧਿਸਟ, ਆਈ ਹੈਵ ਨੋਟਿਸਡ ਇਹ ਸਾਡੇ ਨਾਲੋਂ ਜ਼ਿਆਦਾ ਅਲਰਟ ਨੇ, ਅਵੇਅਰ ਨੇ। ਇਹਨਾਂ ਨੂੰ ਆਪੇ ਪਤਾ ਲੱਗਿਆ ਕਿ ਸੁਪਰੀਮ ਕੋਰਟ ਕੋਈ ਇਹੋ ਜਿਹਾ ਕੇਸ ਆਇਆ ਹੈ, ਇਹਨਾਂ ਨੇ ਆਪੇ ਜੈਨਸ ਨੇ ਤੇ ਆਪੇ ਹੀ ਫਾਈਲ ਕਰ ਦਿੱਤੀ ਇੰਪਲੀਮੈਂਟ, ਮੈਨੂੰ ਕੰਟੈਕਟ ਵੀ ਨਹੀਂ ਕੀਤਾ ਜੀ। ਔਰ ਅੱਜ ਤੋਂ ਸਾਲ ਪਹਿਲਾਂ ਦਾ ਉਹਨਾਂ ਨੇ ਕੀਤਾ ਹੋਇਆ। ਬੁੱਧਿਸਟ ਨੇ ਵੀ, ਉਹਨਾਂ ਦੀ ਇੱਕ ਬੜੀ ਵੱਡੀ ਆਰਗੇਨਾਈਜੇਸ਼ਨ ਹੈ, ਉਹਨਾਂ ਦੇ ਹੈਡ ਨੇ ਮੈਨੂੰ ਕੰਟੈਕਟ ਕੀਤਾ। ਮੈਂ ਤੇ ਜਾਣਦੀ ਨਹੀਂ ਇਹਨਾਂ ਨੂੰ, ਕਿਸੇ ਨੂੰ ਨਹੀਂ ਜਾਣਦੀ। ਮੈਂ ਤੇ ਸਿੱਖਾਂ ਨੂੰ ਜ਼ਰੂਰ ਕੰਟੈਕਟ ਕੀਤਾ ਐਂਡ ਮਤਲਬ ਆਈ ਕੁਡ ਨਾਟ ਪੁੱਟ ਮਾਈ ਪੁਆਇੰਟ ਅਕ੍ਰੋਸ ਜੀ। ਲੇਕਿਨ ਇਹਨਾਂ ਆਰਗੇਨਾਈਜੇਸ਼ਨਸ ਨੇ ਆਪੇ, ਇੱਕ ਨੇ ਤੇ ਆਪੇ ਹੀ ਸੁਪਰੀਮ ਕੋਰਟ ਸਿੱਧੇ ਚਲੇ ਗਏ, ਦੂਜੇ ਨੇ ਮੈਨੂੰ ਕੰਟੈਕਟ ਕੀਤਾ ਤੇ ਐਂਡ ਦੇ ਸੈਡ ਵੀ ਵਾਂਟ ਟੂ ਜੁਆਇਨ
I said I mean I was of course happy because ਹਾਈ ਕੋਰਟ ਨੇ ਸਾਨੂੰ ਕਹਿਤਾ ਸੀਗਾ ਕਿ ਤੁਸੀਂ ਐਵੇਂ ਇਸ਼ੂ ਰੇਜ਼ ਕਰ ਰਹੇ ਹੋ, ਕੋਈ ਵੀ ਇਸ਼ੂ ਨਹੀਂ ਹੈਗਾ, ਕੋਈ ਵੀ ਕਮਿਊਨਿਟੀ ਅਨਹੈਪੀ ਨਹੀਂ ਹੈਗੀ, ਸਾਰੇ ਹੈਪੀ ਹੈ, ਤੁਸੀਂ ਸਗੋਂ ਦੇਸ਼ ਨੂੰ ਵੰਡਣਾ ਚਾਹੁੰਦੇ ਹੋ। that was what the high court had said, whereas our intention was ਕਿ ਅਸੀਂ ਸਗੋਂ ਜਿਹੜੇ irritants ਨੇ ਕਮਿਊਨਿਟੀਜ਼ ਦੇ ਛੋਟੇ ਨੇ ਔਰ ਸਾਡਾ ਰਾਈਟ ਬਣਦਾ ਹੈ ਇਹਨਾਂ ਨੂੰ ਐਡਰੈਸ ਕਰੋ ਤਾਂ ਕਿ ਕਮਿਊਨਿਟੀਜ਼ ਦਾ ਪਿਆਰ ਵੱਧ ਸਕੇ। ਇਹ ਇੱਕੋ ਦੇਸ਼ ਵਿੱਚ ਜਦੋਂ ਰਹਿਣਾ ਹੈ ਤੇ ਜੇ ਤੁਸੀਂ ਛੋਟੀ ਛੋਟੀ ਗੱਲ ਤੇ ਜੇ ਮੈਜੋਰਿਟੀ ਮਾਈਨੋਰਿਟੀਜ਼ ਨੂੰ ਕੇਅਰ ਥੋੜੀ ਜਿਹੀ ਜ਼ਿਆਦਾ ਚਾਹੀਦੀ ਹੈ ਔਰ ਉਹ ਕਨਸਟੀਟਿਊਸ਼ਨ ਵਿੱਚ ਹੈਗੀ ਵੀ ਹੈ, ਕਨਸਟੀਟਿਊਸ਼ਨ ਨੇ ਪ੍ਰੋਵਾਈਡ ਵੀ ਕੀਤੀ ਹੋਈ ਹੈ, ਉਹਨੂੰ ਅਸੀਂ ਉਹਦਾ ਬੇਸ ਲੈ ਕੇ ਅਸੀਂ ਮੈਂ ਫੀਲ ਕਰਦੀ ਹਾਂ ਕਿ ਅਸੀਂ ਆਪਣੇ ਕਾਫੀ ਮਸਲੇ ਜਿਹੜੇ ਨੇ ਥਰੂ ਦ ਲੀਗਲ ਸਿਸਟਮ ਅਸੀਂ ਆਪਣੇ ਸੋਲਵ ਕਰ ਸਕਦੇ ਹਾਂ। ਕਨਸਟੀਟਿਊਸ਼ਨ ਸਾਨੂੰ ਹਰ ਤਰ੍ਹਾਂ ਦਾ ਰਾਈਟ ਦਿੰਦੀ ਹੈ, ਵੀ ਨੀਡ ਨਾਟ ਫੀਲ offended and act defensive। ਤੇ ਆਈ ਥਿੰਕ ਕਾਫੀ ਇਸ਼ੂਜ਼ ਨੂੰ ਆਪਾਂ ਜਿਹੜੇ ਤੇ ਹੁਣ ਚੋਕੇ ਅੱਗੇ ਚੱਲੀਏ, ਗੁਰੂ ਸਾਹਿਬ ਦਾ ਮੈਸੇਜ ਦੁਨੀਆ ਵਿੱਚ ਲੈ ਕੇ ਜਾਈਏ, ਸਾਡਾ ਕੰਮ ਇਹ ਹੈ ਜੀ। ਤੇ ਹੁਣ ਜਿਹੜਾ ਸੁਪਰੀਮ ਕੋਰਟ ਨੇ ਸਮਾਂ ਬਰਬਾਦ ਕਰ ਰਹੇ ਨੇ ਇਹ ਕੰਮਾਂ 'ਚ, ਅਸੀਂ ਸਾਡੀ ਸਾਰੀ એનર્ਜੀ ਸਾਰਾ ਕੰਮ ਸਾਰਾ ਕੁਝ ਵੇਸਟ ਹੋ ਰਿਹਾ ਹੈ, ਅਸੀਂ ਇਹਨਾਂ ਨੂੰ ਰਿਜ਼ੋਲਵ ਕਰਕੇ ਅੱਗੇ ਚੱਲੀਏ, ਗੁਰੂ ਸਾਹਿਬ ਦਾ ਮੈਸੇਜ ਦੁਨੀਆ ਵਿੱਚ ਲੈ ਕੇ ਜੀ। ਤੇ ਹੁਣ ਜਿਹੜਾ ਸੁਪਰੀਮ ਕੋਰਟ ਨੇ ਇਹ ਇੱਕ ਆਰਡਰ ਪਾਸ ਕੀਤਾ ਹੈ ਕਿ ਇਸ ਨੂੰ ਲਿਸਟਿੰਗ ਕਰ ਦਿੱਤੀ ਜਾਏ ਤੇ ਉਮੀਦ ਹੈ 1 ਸਾਲ ਦੇ ਅੰਦਰ ਅੰਦਰ ਇਹ ਹੀਅਰਿੰਗ ਇਸ ਦੀ ਹੋ ਜਾਏਗੀ। ਤੁਸੀਂ ਆਸਵੰਦ ਹੈਗੇ ਹੋ ਕਿ ਜਿਹੜੀ ਤੁਹਾਡੀ ਇਹ ਵੀ ਆਰਡਰ ਹੈ ਜੀ, ਇਟ ਇਜ਼ ਅ ਪਾਰਟ ਆਫ ਦ ਆਰਡਰ ਦੈਟ ਦ ਕੇਸ ਸ਼ੁੱਡ ਬੀ ਐਕਸਪੀਡਾਈਟਡ ਐਂਡ ਲਿਸਟਡ ਵਿਦਿਨ 1 ਈਅਰ ਜੀ। ਤੇ ਜਦੋਂ ਇਹਦੀ ਲਿਸਟਿੰਗ ਹੋ ਜਾਏਗੀ ਨਾ ਜੀ, ਫਿਰ ਇਹਦੀ hearing would be taken up twice a week, ਚਾਹੇ ਹਫਤਾ ਲੱਗੇ, ਚਾਹੇ 2 ਲੱਗਣ, ਚਾਹੇ ਮਹੀਨਾ ਲੱਗੇ, till ਕਿ ਉਹ ਫੈਸਲਾ ਲੈਣਗੇ ਜੀ। ਫਿਰ ਇਹਦੀ ਬਾਰ-ਬਾਰ ਡੇਟ ਨਹੀਂ ਪਏਗੀ, ਫਿਰ ਇਹਦੀ ਹਫਤੇ 'ਚ 2 ਵਾਰ ਡੇਟ ਆਇਆ ਕਰੇਗੀ ਜੀ। ਔਰ ਜਦ ਤੱਕ ਕੋਈ ਫੈਸਲਾ ਨਹੀਂ ਹੋ ਜਾਏਗਾ ਇਹਦੀ ਸੁਣਵਾਈ ਜਾਰੀ ਰਹੇਗੀ। ਔਰ ਜੋ ਵੀ ਫੈਸਲਾ ਆਈ ਹੋਪ ਆਨਰੇਬਲ ਸੁਪਰੀਮ ਕੋਰਟ ਤੋਂ ਉਮੀਦ ਹੈ ਕਿ ਉਹ ਆਪਣਾ ਇੱਕ ਫੇਅਰ ਇਹਦਾ ਜਜਮੈਂਟ ਲੈਣਗੇ ਜੀ, ਇਹਦਾ ਫੇਅਰ ਕੰਸੀਡਰੇਸ਼ਨ ਹੋਏਗਾ ਤੇ ਉਹ ਸਾਲ ਦੇ ਵਿੱਚ ਆਈ ਹੋਪਫੁਲੀ ਇਟ ਸ਼ੁੱਡ ਬੀ ਟੇਕਨ ਅਪ। ਸੋ ਹੁਣ ਜਿਹੜੀ ਤੁਸੀਂ ਕੇਸ ਨੂੰ ਇਸ ਹਾਲਤ ਤੱਕ ਇੱਥੇ ਤੱਕ ਤੁਸੀਂ ਪਹੁੰਚਾ ਦਿੱਤਾ ਹੈ, ਤੁਹਾਨੂੰ ਲੱਗਦਾ ਹੈ ਕਿ ਤੁਸੀਂ ਆਸ ਕਰੋਗੇ ਜਾਂ ਕਹੋਗੇ ਕਿ ਸ਼੍ਰੋਮਣੀ ਕਮੇਟੀ ਜਾਂ ਦਿੱਲੀ ਕਮੇਟੀ ਜਾਂ ਹੋਰ ਪੰਥਕ ਸੰਸਥਾਵਾਂ ਇਹਦੇ ਵਿੱਚ ਸ਼ਾਮਲ ਹੋਣ, ਜਾਂ ਤੁਹਾਨੂੰ ਲੱਗਦਾ ਹੈ ਕਿ ਉਹਦੇ ਬਿਨਾਂ ਵੀ ਇਹ ਕੇਸ ਆਪਣੀ ਮੰਜ਼ਿਲ ਤੱਕ ਪਹੁੰਚ ਸਕਦਾ? ਸਰ ਇਹ ਕੇਸ ਦਰਅਸਲ ਮੈਂ ਜਿੰਨਾ ਕਰ ਸਕਦੀ ਸੀ, ਮੈਂ ਜਿਨ੍ਹਾਂ ਨੂੰ ਕਹਿ ਸਕਦੀ ਸੀ ਸਾਰੇ ਨੂੰ ਕਹਿ ਚੁੱਕੀ ਹਾਂ। ਹੁਣ ਵੀ ਮੈਂ ਸਾਰੇ ਨੂੰ ਅਪਡੇਟ ਕਰਦੀ ਰਹਿੰਦੀ ਹਾਂ ਜਿਵੇਂ ਕਿ ਮੈਂ ਆਪ ਜੀ ਨੂੰ ਵੀ ਕੀਤਾ ਹੈ। So I can only do my bit and I'm doing my bit. It is a part of the job I have assigned to myself. ਮੈਂ ਕਿਸੇ ਨੂੰ ਫੋਰਸ ਨਹੀਂ ਕਰ ਸਕਦੀ, ਮੈਂ ਕਿਸੇ ਨੂੰ ਰਿਕੁਐਸਟ ਕਰ ਸਕਦੀ ਹਾਂ, ਪਰ ਉਹ ਵੀ ਆਈ ਕੈਨ ਅੰਡਰਸਟੈਂਡ ਜੇ ਕੋਈ ਨਾਲ ਨਹੀਂ ਰਲਿਆ, ਦੇ may have their own restrictions or jo bhi hai. I have no grudge against anyone, but I am doing my bit. I have informed as many people as I could and I keep updating them also from time to time. So ਜੇ ਇਸ ਨੂੰ ਅਸੀਂ ਸਮ ਅਪ ਕਰੀਏ ਤੇ ਤੁਹਾਡਾ ਜਿਹੜਾ ਕਹਿਣਾ ਹੈ ਕਾਨੂੰਨ ਦੇ ਉੱਤੇ ਤੁਹਾਨੂੰ ਕੋਈ ਇਤਰਾਜ਼ ਨਹੀਂ, ਧਾਰਾ 25(2) ਦੇ ਵਿੱਚ ਜਾਂ ਜਿੱਥੇ ਵੀ ਕਿਧਰੇ ਆ ਰਿਹਾ, ਤੁਹਾਨੂੰ ਸਿਰਫ ਇਹ ਇਤਰਾਜ਼ ਹੈ ਕਿ ਸਿੱਖਾਂ ਨੂੰ ਬਤੌਰੇ ਸਿੱਖ ਲਿਖਣ ਦਾ ਅਧਿਕਾਰ ਹੋਣਾ ਚਾਹੀਦਾ ਹੈ। ਜਿਵੇਂ ਇੱਕ ਨਾਮ ਦੀ ਵੈਲਿਊ ਹੈ, ਕਿਸੇ ਵੀ ਕਾਨੂੰਨ ਦੇ ਵਿੱਚ ਹਿੰਦੂ ਲਾਅ ਦੇ ਵਿੱਚ ਸਿੱਖ ਨਹੀਂ ਸ਼ਾਮਲ ਹੋਣੇ ਚਾਹੀਦੇ। ਅਗਰ ਇਹ ਲਾਅ ਹੈ ਜਾਂ ਤਾਂ ਨਿਊਟਰਲ ਨਾ ਹੋਏ ਤੇ ਜਾਂ ਅਗਰ ਸਿੱਖ ਸ਼ਾਮਲ ਹੈ ਤੇ ਸਿੱਖਾਂ ਦਾ ਨਾਮ ਕਲੀਅਰਲੀ ਮੈਂਸ਼ਨ ਹੋਣਾ ਚਾਹੀਦਾ। ਇਸ ਦਿਸ ਦੀ ਡਿਮਾਂਡ ਇਹੀ ਤੁਹਾਡੀ ਮੰਗ ਹੈਗੀ ਹੈ? ਹਾਂਜੀ, ਮੈਂ ਫੀਲ ਕਰਦੀ ਹਾਂ ਕਿ ਜੇ ਮਿਸਲੇਬਲਿੰਗ ਠੀਕ ਹੋ ਜਾਵੇ ਜੀ ਤੇ ਸਾਰੇ ਆਈ ਥਿੰਕ ਕਿਉਂਕਿ ਤੁਸੀਂ ਦੇਖੋ ਅੱਜ ਤੱਕ ਕਿਸੇ ਵੀ ਸਿੱਖ ਵੱਲੋਂ ਕੋਈ ਐਸਾ ਤੁਸੀਂ ਮੈਨੂੰ ਪ੍ਰੋਵੀਜ਼ਨ ਦੱਸੋ ਜਿਹੜਾ ਅਸੀਂ ਕਿਹਾ ਹੋਵੇ ਇਹ ਸਾਡੇ ਧਰਮ ਦੇ ਖਿਲਾਫ ਹੈ, ਇਹ ਵੈਲਿਊ ਸਿਸਟਮ ਸਾਡੇ ਧਰਮ ਦੇ ਖਿਲਾਫ ਹੈ। ਹਾਲਾਂਕਿ ਦੂਜੇ ਧਰਮਾਂ ਨਾਲ ਇਹ ਜਿਹੜੇ ਲਾਜ਼ ਨੇ ਇਹ ਕਈ ਥਾਵਾਂ ਤੇ ਟਕਰਾਉਂਦੇ ਨੇ, ਪਰ ਸਾਡੇ ਧਰਮ ਨਾਲ ਕਿਤੇ ਟਕਰਾ ਨਹੀਂ ਹੈਗਾ ਕਿਉਂਕਿ ਸਾਡਾ ਧਰਮ ਹੀ ਆਪਾਂ ਜਾਣਦੇ ਹਾਂ ਕਿੰਨਾ ਯੂਨੀਵਰਸਲ ਹੈ, ਕਿੰਨਾ ਫੇਅਰ ਹੈ, ਕਿੰਨਾ ਇਕੁਐਲਿਟੀ ਬੇਸਡ ਹੈ, ਕਿੰਨਾ ਇਕੁਐਲਿਟੀ ਆਫ ਹਿਊਮੈਨਿਟੀ ਹੈ। ਸਾਡੇ ਵਿੱਚ ਤਾਂ ਰੇਸ਼ੀਅਲ ਇਕੁਐਲਿਟੀ ਹੈ। ਜੇ ਸਾਨੂੰ ਲੋੜ ਹੈ ਅੱਜ ਤਾਂ ਉਹ ਹੈ ਕਿ ਮਾਈਨੋਰਿਟੀਜ਼ ਨੂੰ ਫਿਊਚਰ ਵਿੱਚ ਕੀ ਪ੍ਰੋਟੈਕਸ਼ਨ ਹੈ। ਕਮਿਊਨਲ ਵਾਇਲੈਂਸ ਬਿੱਲ ਟਾਈਪ ਕੋਈ ਚਾਹੀਦੀ ਹੈ ਲੈਜਿਸਲੇਸ਼ਨ, ਰੇਸ਼ੀਅਲ ਡਿਸਕ੍ਰਿਮੀਨੇਸ਼ਨ ਹੈ, ਇਸ ਚੀਜ਼ ਨੂੰ ਐਡਰੈਸ ਕਰਨ ਵਾਸਤੇ ਫਿਊਚਰ ਸਾਡਾ ਵਿੱਚ ਸਾਨੂੰ ਪ੍ਰੋਟੈਕਸ਼ਨ ਕਿਵੇਂ ਇਹੋ ਜਿਹਾ ਲੈਜਿਸਲੇਸ਼ਨ
ਮਾਈਨੋਰਿਟੀਜ਼ ਨੂੰ ਚਾਹੀਦਾ ਹੈ, ਕਿਉਂਕਿ ਰਾਈਟ ਅਫੈਕਟਡ ਰਾਈਟ ਕਿੰਨੀ ਵਾਰੀ ਹੋਏ ਨੇ ਇੰਡੀਆ ਵਿੱਚ, ਬਾਰ-ਬਾਰ ਖਤਰਾ ਰਹਿੰਦਾ ਹੈ। ਸੋ ਇਸ ਇਸ਼ੂਜ਼ ਨੂੰ ਐਡਰੈਸ ਕਰਨ ਦੀ ਲੋੜ ਹੈ। ਅਦਰਵਾਈਜ਼ ਐਜ਼ ਸਿੱਖਸ we have an independent status in the constitution. We are enjoying it in our educational institutions, in our religious institutions, and the laws ਜਿਹੜੇ ਨੇ ਅੱਜ ਦੇ ਜਿਹੜੇ law ਨੇ ਹਿੰਦੂ ਧਰਮ ਤੇ ਬੇਸਡ ਨਹੀਂ ਹੈਗੇ, ਸਗੋਂ ਸਿੱਖ ਧਰਮ ਦੇ ਨਾਲ ਜ਼ਿਆਦਾ। ਮੈਂ ਸਿਰਫ ਅਖੀਰਲਾ ਇੱਕ ਸਵਾਲ ਬਹੁਤ ਹੀ ਛੋਟੇ ਜਿਹੇ ਤੁਹਾਡੇ ਕੋਲੋਂ ਇੱਕ ਲਫ਼ਜ਼ ਜਾਣਨਾ ਚਾਹਾਂਗਾ। ਭਾਰਤ ਦੇ ਵਿੱਚ ਕਈ ਸੰਸਥਾਵਾਂ ਐਸੀਆਂ ਹੈਗੀਆਂ, ਬਹੁਤ ਜ਼ਿਆਦਾ ਹੈਗੀਆਂ, ਖਾਸ ਕਰਕੇ ਜਿਵੇਂ ਆਰੀਆ ਸਮਾਜ, ਉਹਨਾਂ ਦਾ ਡਿਕਲੇਅਰਡ ਹੈਗਾ ਕਿ ਸਿੱਖ ਜਿਹੜੇ ਹੈ ਇਹ ਬਿਲਕੁਲ ਹਿੰਦੂਆਂ ਦਾ ਹਿੱਸਾ ਹੈਗੇ ਹੈ, ਵੱਖਰਾ ਧਰਮ ਨਹੀਂ ਹੈਗਾ। ਤੁਹਾਨੂੰ ਲੱਗਦਾ ਹੈ ਕਿ ਇਹ ਲੜਾਈ ਤੁਹਾਡੀ ਬਹੁਤ ਸਿੰਪਲਿਸਟਿਕ ਤੁਸੀਂ ਲੈ ਰਹੇ ਹੋ, ਸਿਰਫ ਸਾਡੀ ਲੇਬਲ ਹਟਾ ਦਿਓ ਤੇ ਹੋ ਜਾਏਗਾ? ਤੁਹਾਨੂੰ ਜਾਪਦਾ ਹੈ ਕਿ ਤੁਸੀਂ ਓਨੈਸਟਲੀ ਫੀਲ ਕਰਦੇ ਹੋ ਕਿ ਬਹੁਤ ਆਸਾਨ ਹੋਏਗਾ, ਜਾਂ ਇਹਦੇ ਬਾਅਦ ਜਿਹੜੀਆਂ ਇੰਪਲੀਕੇਸ਼ਨਸ ਬਹੁਤ ਵੱਡੀਆਂ ਹੋਣਗੀਆਂ? ਤੁਸੀਂ ਕਿੰਨੇ ਕੁ ਆਸਵੰਦ ਹੋ? ਬਹੁਤ ਸੰਖੇਪ ਵਿੱਚ ਤੁਸੀਂ 10 ਸੈਕਿੰਡ ਹੀ ਸਾਨੂੰ ਜਵਾਬ ਦਿਓ। ਮੈਂ ਫੀਲ ਕਰਦੀ ਹਾਂ ਕਿ ਜੇ ਲੀਗਲ ਵਰਲਡ ਵਿੱਚ ਸਾਡਾ ਇੰਡੀਪੈਂਡੈਂਟ ਰਿਪਰੈਜ਼ੈਂਟੇਸ਼ਨ ਹੋ ਜਾਵੇ, ਫਿਰ ਉਹਨਾਂ ਕੋਲ ਵੀ ਕੁਝ ਸਪੋਰਟ ਕਰਨ ਵਾਸਤੇ ਕੁਝ ਨਹੀਂ ਹੋਏਗਾ, ਤੇ ਸਾਨੂੰ ਵੀ ਉਹਨਾਂ ਚੀਜ਼ਾਂ ਦਾ ਨੋਟਿਸ ਲੈਣ ਦੀ ਲੋੜ ਨਹੀਂ ਹੈਗੀ। ਅਗੇਨ ਆਈ ਫੀਲ ਵੀ ਸ਼ੁਡ ਨਾਟ ਵੇਸਟ ਟਾਈਮ ਔਨ ਦੋਜ਼ ਥਿੰਗਸ ਇਫ ਵੀ ਹੈਵ ਅ ਪ੍ਰੋਪਰ ਰਿਪਰੈਜ਼ੈਂਟੇਸ਼ਨ ਇਨ the legislation। ਜੀ ਤੇ ਉਹ ਗੱਲਾਂ ਜੇ ਚੱਲਦੀਆਂ ਨੇ ਤੇ ਤਾਂ ਵੀ ਸਾਨੂੰ ਆਪਣੀ એનર્ਜੀ ਵੇਸਟ ਨਹੀਂ ਕਰਨੀ ਚਾਹੀਦੀ। they will also not have any ground to say so। ਹਾਂਜੀ ਠੀਕ ਹੈ। ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਹਾਡਾ ਅਸੀਂ ਬਹੁਤ ਸਮਾਂ ਲਿਆ। ਬਹੁਤ ਧੰਨਵਾਦ ਜੀ। ਆਈ ਐਮ ਰੀਅਲੀ ਗ੍ਰੇਟਫੁਲ ਟੂ ਯੂ ਬਿਕਾਜ਼ ਆਫ ਯੂ ਆਈ ਐਮ ਏਬਲ ਟੂ ਪੁੱਟ ਮਾਈ ਪੁਆਇੰਟ ਅਕ੍ਰੋਸ, ਬਿਕਾਜ਼ ਇਟ ਇਜ਼ ਅ ਲਿਟਲ slightly different from what the approach is different, I mean। ਹਾਂਜੀ ਨਹੀਂ ਬਿਲਕੁਲ, ਤੁਹਾਡਾ ਕਾਨੂੰਨ ਤੇ ਨਹੀਂ ਹੈ, ਤੁਹਾਡਾ ਮਿਸਲੇਬਲਿੰਗ ਤੇ ਹੈ ਕਿ ਜਿਸ ਨੂੰ ਕਿਹਾ ਸੀਗਾ, ਜਿਵੇਂ ਪੰਥ ਪ੍ਰਕਾਸ਼ ਲਿਖਿਆ ਕਿ ਹਿੰਦੂ ਕਹੇ ਤੇ ਖਿਜਤ ਵਧੇਰਾ, ਸਾਨੂੰ ਇਹ ਨਾ ਕਿਹਾ ਜਾਏ, ਸਾਨੂੰ ਸਿੱਖ ਹੀ ਕਿਹਾ ਜਾਏ। ਬਹੁਤ ਬਹੁਤ ਧੰਨਵਾਦ ਤੁਹਾਡਾ। ਨਾਲੇ ਜੇ ਇੱਕ ਸੈਕਿੰਡ, ਜੇ ਸਿੱਖਾਂ ਦੀ ਕੋਈ ਫਿਰ ਵੀ ਡਿਮਾਂਡ, ਜੇ ਪਰਸਨਲ ਲਾਅ ਵੱਖਰਾ ਚਾਹੀਦਾ ਹੈ, that can still go on the side, it doesn't clash with it। ਜੀ it can still be pursued। ਨਹੀਂ, ਉਹਦੇ ਨਾਲ ਇਹਦਾ ਤਲਕ ਹੀ ਨਹੀਂਗਾ। ਹਾਂਜੀ ਠੀਕ ਹੈ ਬਿਲਕੁਲ ਠੀਕ। ਹਾਂਜੀ ਪੁਆਇੰਟ ਟੇਕਨ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਅੱਛਾ ਜੀ, ਓਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਪਿਆਰੇ ਦਰਸ਼ਕੋ, ਬਹੁਤ ਗੰਭੀਰ ਮਸਲਾ ਸੀ। ਸੋ ਅਸੀਂ ਉਹਨਾਂ ਦੇ ਨਾਲ ਬਰਿੰਦਰ ਕੌਰ ਜੀ, ਜਿਨ੍ਹਾਂ ਨੇ ਹਿੰਮਤ ਕੀਤੀ ਔਰ ਇਸ ਮਸਲੇ ਨੂੰ ਸੁਪਰੀਮ ਕੋਰਟ ਤੱਕ ਲੈ ਕੇ ਆਏ, ਔਰ ਇਹਦੇ ਨਾਲ ਸਾਰੀਆਂ ਮਿਨੋਰਿਟੀਜ਼ ਤਕਰੀਬਨ ਹਿੰਦੁਸਤਾਨ ਦੀਆਂ ਸ਼ਾਮਲ ਹੋ ਗਈਆਂ ਇਸ ਮੰਗ ਦੇ ਵਿੱਚ। ਆਸ ਕੀਤੀ ਜਾਏ, ਔਰ ਸੁਪਰੀਮ ਕੋਰਟ ਨੇ ਵੀ ਇਸ ਨੂੰ ਐਡਮਿਟ ਕਰ ਲਿਆ, ਔਰ ਕਾਫੀ ਇਸ 'ਤੇ ਪੇਸ਼ਰਫਤ ਹੋਈ ਹੈ। ਸੋ ਸਮਾਂ ਇੱਕ ਛੋਟੇ ਜਿਹੇ ਵਕਫੇ ਦਾ, ਉਹਦੇ ਬਾਅਦ ਮੁੜ ਹਾਜ਼ਰ ਹੋਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰਦੁਆਰਾ ਸਿੱਖ ਸੈਂਟਰ ਸੇਲਮਾ ਕੈਲੀਫੋਰਨੀਆ ਵਿਖੇ ਵਿਸਾਖੀ ਦੇ ਸੰਬੰਧ ਵਿੱਚ 20ਵਾਂ ਮਹਾਨ ਨਗਰ ਕੀਰਤਨ ਆਪ ਸੰਗਤਾਂ ਦੀ ਸਹਿਯੋਗ ਨਾਲ 13 ਅਪ੍ਰੈਲ ਦਿਨ ਐਤਵਾਰ ਨੂੰ ਹੋ ਰਿਹਾ ਹੈ। ਪ੍ਰੋਗਰਾਮ 11 ਅਪ੍ਰੈਲ ਆਰੰਭ ਸ਼੍ਰੀ ਅਖੰਡ ਪਾਠ ਸਾਹਿਬ ਸਵੇਰੇ 8 ਵਜੇ, 12 ਅਪ੍ਰੈਲ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਦੀ ਸੇਵਾ ਅਤੇ ਅੰਮ੍ਰਿਤ ਸੰਚਾਰ ਸਵੇਰੇ 10 ਵਜੇ, 13 ਅਪ੍ਰੈਲ ਭੋਗ ਸ਼੍ਰੀ ਅਖੰਡ ਪਾਠ ਸਾਹਿਬ ਸਵੇਰੇ 8 ਵਜੇ। ਬੁਲਾਏ ਗਏ ਉੱਗੇ ਵਿਦਵਾਨਾਂ ਦੀਆਂ ਤਕਰੀਰਾਂ 9 ਵਜੇ ਤੋਂ 10 ਵਜੇ ਤੱਕ। ਨਗਰ ਕੀਰਤਨ ਆਰੰਭ ਸਵੇਰੇ 10 ਵਜੇ। ਪੰਥ ਪ੍ਰਸਿੱਧ ਢਾਡੀ ਕੀਰਤਨੀ ਜਥੇ ਅਤੇ ਕਥਾਵਾਚਕ ਸੰਗਤਾਂ ਨੂੰ ਗੁਰੂ ਜਸ ਨਾਲ ਨਿਹਾਲ ਕਰਨਗੇ। ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਸਿੰਘ ਕੇਸਰੀ ਦਸਤਾਰਾ ਸਜਾ ਕੇ ਤੇ ਬੀਬੀਆਂ ਕੇਸਰੀ ਚੁੰਨੀਆਂ ਲੈ ਕੇ ਨਗਰ ਕੀਰਤਨ ਵਿੱਚ ਸ਼ਾਮਲ ਹੋਣ। ਪਹੁੰਚਣ ਲਈ ਗੁਰਦੁਆਰਾ ਸਾਹਿਬ ਦਾ ਪਤਾ ਹੈ 2211 ਹਾਈਲੈਂਡ ਐਵੇਨਿਊ, ਸੈਲਮਾ, ਕੈਲੀਫੋਰਨੀਆ। ਵਧੇਰੇ ਜਾਣਕਾਰੀ ਲਈ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰੋ। ਇਸ ਨਗਰ ਕੀਰਤਨ ਦਾ ਸਿੱਧਾ ਪ੍ਰਸਾਰਣ ਵੇਖੋ ਸਿਰਫ ਗੈਟ ਪੰਜਾਬੀ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। flymecheap.com ਹੁਣ ਕਰੋ ਵਰਲਡ ਵਿੱਚ ਕਿਤੇ ਵੀ ਸੈਰ ਡਿਸਕਾਊਂਟਡ 에ਅਰਫੇਅਰ ਪ੍ਰਾਈਸਿਸ ਤੇ। ਸਾਡੇ ਕੋਲ ਮਿਲੇਗੀ ਇਨਫੋਰਮੇਸ਼ਨ ਹਰ ਲੀਡਿੰਗ 에ਅਰਲਾਈਨ ਦੀ ਫਲਾਈਟਸ ਦੀ। 18 ਮਿਲੀਅਨ ਐਕਸਕਲੂਸਿਵ ਫਲਾਈਟ ਡੀਲਸ ਦੁਨੀਆ ਦੇ ਕਿਸੇ ਵੀ ਕੋਨੇ ਲਈ, ਜਿਸ ਵਿੱਚੋਂ ਤੁਸੀਂ ਚੂਜ਼ ਕਰ ਸਕਦੇ ਹੋ ਬੈਸਟ ਫੇਅਰ ਡੀਲ। 24/7 ਕਸਟਮਰ ਸਰਵਿਸ। ਸਾਡੇ ਟੋਲ ਫ੍ਰੀ ਨੰਬਰ ਤੇ 8553594878। ਵਿਜ਼ਿਟ ਕਰੋ ਸਹਾਰਾ ਟੂਰਸ ਐਂਡ ਟਰੈਵਲਸ, 13222 ਰੌਕਵੇ ਬੁਲੇਵਾਰਡ, ਸਾਊਥ ਓਜ਼ਨ ਪਾਰਕ, ਨਿਊਯਾਰਕ 11420। मैच अच्छी रही?
ये क्या? आज खाने में राइस? हमारी हेल्थ की कोई फिक्र ही नहीं। फिक्र है इसीलिए। राइस नहीं, लक्ष्मी ब्राउन बासमती राइस है। लक्ष्मी ब्राउन बासमती राइस? हाँ पापा, ये देखिए, इसे खाने के कितने सारे हेल्थ बेनिफिट्स हैं। लक्ष्मी ब्राउन बासमती राइस है डाइजेशन के लिए आसान, इसमें कोलेस्ट्रॉल नहीं, टाइप 2 डायबिटीज के लिए हेल्दी है, और पता है इसमें हाई प्रोटीन कंटेंट, विटामिन बी और हाई फाइबर भी है। ये है आपके सेहत का सिक्सम। मैं भी हफ्ते में 3 या 4 बार खाती हूँ। और अब हम भी। लक्ष्मी ब्राउन बासमती राइस, स्वाद भी सेहत भी। Plasma Records and Rajveer Entertainment proudly presents Punjabi Virsa 2014. 3 brothers, 3 stars, 1 great show. ओ सानू आशिकी दा सर्टिफिकेट दे दियो, ਅਸੀਂ ਕੀਏ ਐਵੇਂ ਕਰ ਕਿਹੜਾ ਹਿਸਾਬ ਲੱਗਣਾ। ओ मिर्जाई सौ गया सी, नींद ड्राइवर तू ना आवे, मिर्जाई सौ गया सी। आप दा शौकीन मुंडा ਇਹੀ ਗੱਲਾਂ ਭਾਲਦਾ, ਇਹੀ ਗੱਲਾਂ ਭਾਲਦਾ ਬਈ ਇਹੀ ਗੱਲਾਂ ਭਾਲਦਾ। ਸਾਡੇ ਦਿਲ ਤੇ ਭਗਤ ਸਿੰਘ ਲਿਖਿਆ, ਕਾਗਜ਼ਾਂ ਦੀ ਲੋੜ ਕੋਈ ਨਾ। ਮੇਰਾ ਕੀਤਿਆਂ ਸ਼ੁਕਰ ਤੇਰਾ ਲੱਖ ਮਾਲਕਾ, ਲੱਖ ਮਾਲਕਾ, ਸਾਨੂੰ ਆਪਣੀ ਸ਼ਰਨ ਵਿੱਚ ਰੱਖ। ਖਾਲਸੇ ਦੇ 315ਵੇਂ ਸਾਜਨਾ ਦਿਵਸ ਵਿਸਾਖੀ ਪੁਰਬ ਦੇ ਖਾਸ ਮੌਕੇ ਤੇ ਗਦਰੀ ਬਾਬਿਆਂ ਦੇ ਇਤਿਹਾਸਿਕ ਸਥਾਨ ਗੁਰਦੁਆਰਾ ਸਾਹਿਬ ਸਟਾਕਟਨ ਕੈਲੀਫੋਰਨੀਆ ਵੱਲੋਂ ਮਨਾਇਆ ਜਾ ਰਿਹਾ 16ਵਾਂ ਮਹਾਨ ਨਗਰ ਕੀਰਤਨ। ਵਿਸ਼ੇਸ਼ ਪ੍ਰੋਗਰਾਮ 12 ਅਪ੍ਰੈਲ ਦਿਨ ਸ਼ਨੀਵਾਰ ਨੂੰ ਅੰਮ੍ਰਿਤ ਸੰਚਾਰ ਸਵੇਰੇ 8 ਵਜੇ, ਨਿਸ਼ਾਨ ਸਾਹਿਬ ਦੇ ਚੋਲੇ ਦੀ ਸੇਵਾ ਸਵੇਰੇ 9 ਵਜੇ, ਖਾਸ ਦੀਵਾਨ ਸ਼ਾਮੀ 6 ਵਜੇ ਤੋਂ 11:30 ਵਜੇ ਤੱਕ ਸਜਾਏ ਜਾਣਗੇ। 13 ਅਪ੍ਰੈਲ ਦਿਨ ਐਤਵਾਰ ਨੂੰ ਮਹਾਨ ਨਗਰ ਕੀਰਤਨ ਦਾ ਆਯੋਜਨ। पहुंचने ਲਈ पता है गुरुद्वारा साहिब स्टॉकटन कैलिफोर्निया 1930 सिख टेम्पल स्ट्रीट स्टॉकटन कैलिफोर्निया 95206। ਵਧੇਰੇ ਜਾਣਕਾਰੀ ਲਈ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰੋ। ਵਿਸਾਖੀ ਦਾ ਸਾਰਾ ਪ੍ਰੋਗਰਾਮ ਗੁਰੂ ਘਰ ਦੀ ਵੈਬਸਾਈਟ www.stocktonguruduarasahib.org ਤੇ ਸਿੱਧਾ ਪ੍ਰਸਾਰਣ ਕੀਤਾ ਜਾਏਗਾ। The Vedic Store, USA ਦਾ ਲੀਡਿੰਗ ਆਯੁਰਵੈਦਿਕ ਸੁਪਰ ਸਟੋਰ, ਜਿੱਥੇ ਹੁਣ ਅਵੇਲੇਬਲ ਨੇ ਪ੍ਰੋਡਕਟਸ ਬਾਬਾ ਰਾਮਦੇਵ, ਹਿਮਾਲਿਆ, ਬੈਨੀਅਨ ਬੋਟੈਨੀਕਲਸ ਤੇ ਨਾਲ ਹੀ 100% ਆਰਗੈਨਿਕ ਇੰਡੀਅਨ ਫੂਡ। ਵਿਜ਼ਿਟ ਕਰੋ ਆਯੁਰਵੈਦਿਕ ਕੰਸਲਟੇਸ਼ਨ ਲਈ। ਫਾਇਦਾ ਲਓ ਆਯੁਰਵੈਦਿਕ ਰੈਮੇਡੀਜ਼ ਦਾ ਆਪਣੀਆਂ ਹੈਅਰ ਪ੍ਰੋਬਲਮਸ, ਹਾਰਟ, ਵੇਟ, ਜੁਆਇੰਟਸ, ਡਾਇਬੀਟੀਜ਼ ਤੇ ਹੋਰ ਵੀ ਕਈ ਪ੍ਰੋਬਲਮਸ ਲਈ। ਯੋਗਾ ਕਲਾਸਿਸ ਵਿੱਚ ਵੀ ਹਿੱਸਾ ਲਓ। ਕਾਲ ਕਰੋ 7183234892 ਤੇ। ਪਾਓ ਹਰ ਪ੍ਰੋਡਕਟ ਦੀ ਸ਼ਿਪਿੰਗ ਆਪਣੇ ਦਰਵਾਜ਼ੇ ਤੇ। ਅੱਜ ਹੀ ਆਪਣੀ ਸਿਹਤ ਲਈ ਜ਼ਿੰਮੇਵਾਰ ਬਣੋ। ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਭਾਰਤ ਦੇ ਸੰਵਿਧਾਨ ਦੀ ਧਾਰਾ 25(2), ਜਿਸ ਦੇ ਉੱਤੇ ਇਹ ਤਾਂ ਹਰ ਕਿਸੇ ਨੂੰ ਪਤਾ ਹੈ ਕਿ ਉਸ ਦੇ ਉੱਤੇ ਇਤਰਾਜ਼ ਸੀ। ਹਰ ਕੋਈ ਸਿੱਖ ਉਸ ਦੇ ਉੱਤੇ ਸ਼ੁਰੂ ਤੋਂ ਹੀ ਇਤਰਾਜ਼ ਕਰਦਾ ਆ ਰਿਹਾ ਸੀ ਕਿ ਉਸ ਦੇ ਵਿੱਚ ਸਿੱਖਾਂ ਦੀ ਵੱਖਰੀ ਹੋਂਦ ਨੂੰ, ਨਿਆਰੇਪਨ ਨੂੰ ਪ੍ਰਵਾਨ ਨਹੀਂ ਕੀਤਾ ਗਿਆ। ਨਿਆਰੇਪਨ ਦਾ ਮਤਲਬ ਵੱਖਰਾਪਨ ਨਹੀਂ ਹੈ, ਬਲਕਿ ਵਿਸ਼ੇਸ਼ਪਨ ਹੁੰਦਾ ਹੈ। ਔਰ ਉਸ ਦੇ ਵਿੱਚ ਜਿਹੜਾ 1955 ਦੇ ਵਿੱਚ ਬਾਅਦ ਵਿੱਚ ਜਿੰਨੇ ਕਾਨੂੰਨ ਬਣਾਏ ਗਏ ਹਿੰਦੂ ਕੋਡ ਵਿੱਚ ਲਿਆ ਕੇ ਸਾਰਿਆਂ ਦੇ ਉੱਤੇ ਹਿੰਦੂ ਲਾਅ ਲਾਗੂ ਕਰ ਦਿੱਤਾ ਗਿਆ। ਸ਼ੁਰੂ ਤੋਂ ਹੀ ਇਸ ਦੇ ਬਾਰੇ ਮੰਗ ਉੱਠਦੀ ਰਹੀ ਸੀ ਕਿ ਇੱਕ ਵੱਖਰਾ ਕਾਨੂੰਨ ਬਣਾਇਆ ਜਾਏ ਜਾਂ ਘੱਟੋ ਘੱਟ ਇਸ ਨੂੰ ਸਪਸ਼ਟ ਕੀਤਾ ਜਾਏ। ਵੈਂਕਟਾਚਲਈਆ ਕਮਿਸ਼ਨ ਸਰਕਾਰ ਨੇ ਬਣਾਇਆ, ਭਾਰਤ ਸਰਕਾਰ ਨੇ। ਵੈਂਕਟਾਚਲਈਆ ਕਮਿਸ਼ਨ ਨੇ ਵੀ ਆਪਣੀ ਵਿਸਥਾਰ ਸਹਿਤ ਰਿਪੋਰਟ ਜਿਹੜੀ ਜਾਰੀ ਕੀਤੀ, ਉਸ ਦੇ ਵਿੱਚ ਵੀ ਉਹਨਾਂ ਨੇ ਇਹੀ ਲਿਖਿਆ ਕਿ ਇਹ ਜਿਹੜਾ ਲਫ਼ਜ਼ ਹੈ ਧਾਰਾ 25(2) ਦਾ, ਇਹ ਇੱਕ ਭੁਲੇਖਾ ਪਾਊ ਲਫ਼ਜ਼ ਹੈ, ਇਸ ਨੂੰ ਦੂਰ ਕਰਨ ਦੀ ਲੋੜ ਹੈ। ਹੁਣ ਇਹ ਜਿਹੜਾ ਮੁਕੱਦਮਾ
ਬੀਬੀ ਬਰਿੰਦਰ ਕੌਰ ਜਿਹੜਾ ਇਹਨਾਂ ਨੇ ਫਾਈਲ ਕੀਤਾ, ਇਸ ਦੇ ਵਿੱਚ ਇਹਨਾਂ ਨੇ ਕਾਨੂੰਨ ਦੀਆਂ ਉਲਝਣਾਂ ਨੂੰ, ਕਾਨੂੰਨ ਦੀਆਂ ਪੇਚੀਦਗੀਆਂ ਨੂੰ ਇੱਕ ਦਰਕਿਨਾਰ ਰੱਖਦਿਆਂ ਹੋਇਆਂ ਇਹਨਾਂ ਨੇ ਉਹ ਜਿਹੜੇ ਕਾਨੂੰਨ ਹਨ ਉਹਨਾਂ ਦੀ ਐਪਲੀਕੇਸ਼ਨਸ ਦੇ ਉੱਤੇ ਇਤਰਾਜ਼ ਨਹੀਂ ਕੀਤਾ, ਬਲਕਿ ਇਹਨਾਂ ਦਾ ਇਹ ਕਹਿਣਾ ਸੀ ਕਿ ਜਿਵੇਂ ਨਾਂ ਦੀ ਇੱਕ ਕੀਮਤ ਹੁੰਦੀ ਹੈ, ਨਾਂ ਦੀ ਇੱਕ ਵੈਲਿਊ ਹੁੰਦੀ ਹੈ, ਸੋ ਉਹ ਨਾਂ ਅਗਰ ਉਸ ਨੂੰ ਨਾ ਵਰਤਣ ਦਿੱਤਾ ਜਾਏ, ਅਗਰ ਨਾਂ ਉਸ ਨੂੰ ਨਾ ਰੱਖਣ ਦਿੱਤਾ ਜਾਏ ਤਾਂ ਇਹ ਵੀ ਇੱਕ ਬੜੀ ਵੱਡੀ ਡਿਸਕ੍ਰਿਮੀਨੇਸ਼ਨ ਹੈ। ਸੋ ਜਿਹੜਾ ਭਾਰਤੀ ਸੰਵਿਧਾਨ ਜਿਹਦੇ 'ਚ ਬੁਨਿਆਦੀ ਹਕੂਕ ਦੀ ਗੱਲ ਕਰਦਾ ਹੈ, ਉਸੇ ਹੀ ਹਕੂਕ ਵਾਲੇ ਚੈਪਟਰ ਦੇ ਵਿੱਚ ਧਾਰਾ 25(2) ਲਿਆ ਕੇ ਸਿੱਖਾਂ ਨੂੰ ਸਿੱਖ ਨਾਂ ਵਰਤਣ ਦੀ ਵੀ ਇਜਾਜ਼ਤ ਨਹੀਂ ਦਿੱਤੀ ਜਾਂਦੀ। ਇਹ ਉਹਨਾਂ ਦਾ ਇਤਰਾਜ਼ ਸੀ। ਔਰ ਨਾਲ ਇਹਨਾਂ ਨੇ ਇਹ ਵੀ ਕਿਹਾ ਕਿ ਜੇਕਰ 4 ਹਿੰਦੂ, ਸਿੱਖ, ਬੋਧੀ ਤੇ ਜੈਨ ਇਹਨਾਂ 4 ਦੇ ਉੱਤੇ ਜਿਹੜਾ ਕਾਨੂੰਨ ਲਾਗੂ ਹੁੰਦਾ ਹੈ, ਸੋ ਕਿਸੇ ਇੱਕ ਕਮਿਊਨਿਟੀ ਦੇ ਨਾਂ ਥੱਲੇ ਉਹਨਾਂ ਨੂੰ ਲਾਗੂ ਕਰਨਾ ਇੱਕ ਗਲਤ ਪਰੰਪਰਾ ਹੈ, ਇਹ ਗਲਤ ਹੈ, ਇਹ ਬੁਨਿਆਦੀ ਹਕੂਕ ਦੇ ਉੱਤੇ ਬੜਾ ਵੱਡਾ ਛਾਪਾ ਹੈ। ਕੋਰਟ ਇਸ ਨਾਲ ਕੁਝ ਸਹਿਮਤ ਹੁੰਦੀ ਨਜ਼ਰ ਆਈ ਔਰ ਹੁਣ ਇਸ ਦੇ ਵਿੱਚ ਬੋਧੀ ਵੀ ਸ਼ਾਮਲ ਹੋ ਗਏ ਔਰ ਜੈਨ ਸੰਸਥਾਵਾਂ ਵੀ ਸ਼ਾਮਲ ਹੋ ਗਈਆਂ। ਉਹਨਾਂ ਦੋਹਾਂ ਨੇ ਸੁਪਰੀਮ ਕੋਰਟ ਦੇ ਵਿੱਚ ਹਲਫਨਾਮੇ ਦਾਖਲ ਕਰਕੇ ਕਿਹਾ ਕਿ ਅਸੀਂ ਬੋਧੀ ਜਾਂ ਜੈਨ, ਅਸੀਂ ਹਿੰਦੂ ਬਿਲਕੁਲ ਨਹੀਂ ਹਾਂ, ਸਾਡੀ ਉਹਨਾਂ ਦੇ ਨਾਲ ਕਿਸੇ ਕਿਸਮ ਦੀ ਕੋਈ ਧਾਰਮਿਕ ਸਾਂਝ ਨਹੀਂ ਹੈ, ਸਾਡੀ ਫਲਸਫਾ ਹਰ ਚੀਜ਼ ਵੱਖਰੀ ਹੈ। ਇਸ ਕਰਕੇ ਸਾਨੂੰ ਵੀ ਹਿੰਦੂ ਲਾਅ ਦੇ ਅੰਡਰ ਜਿਹੜਾ ਰੱਖਣਾ ਜਾਂ ਹਿੰਦੂ ਨਾਮਨਕਲੇਚਰ ਦੇ ਥੱਲੇ ਉਸ ਨੂੰ ਰੱਖਣਾ ਇਹ ਗਲਤ ਹੈ। ਪਰ ਇਹ ਲੰਬੀ ਲੜਾਈ ਲੱਗਦੀ ਹੈ ਕਿਉਂਕਿ ਬਹੁਤ ਆਸਾਨ ਨਹੀਂ ਹੈ। ਸਰਲਾ ਮੁਦਗਲ ਦਾ ਕੇਸ ਜਿਹੜਾ 1995 ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਗਿਆ ਸੀ, ਜਸਟਿਸ ਕੁਲਦੀਪ ਸਿੰਘ ਜੀ ਜਦੋਂ ਉਸ ਬੈਂਚ ਦੇ ਵਿੱਚ ਸਨ, ਉਹਨਾਂ ਨੇ ਆਪਣੀ ਜਜਮੈਂਟ ਦੇ ਵਿੱਚ ਲਿਖਿਆ ਸੀ, The Hindus along with Sikhs, Buddhists and Jains have forsaken their sentiments in the cause of the national unity and integration. ਇਹ ਸਿੱਖਾਂ ਨੇ ਇਹ ਮੰਗ ਨੂੰ ਕਦੋਂ ਛੱਡਿਆ ਇਹ ਨਹੀਂ ਪਤਾ, ਪਰ ਇਸ ਦਾ ਮਤਲਬ ਇਹ ਹੈ ਕਿ ਇਹ ਇਸ਼ੂ ਬਹੁਤ ਗੰਭੀਰ ਹੈ, ਸਿੰਪਲਿਸਟਿਕ ਤਰੀਕੇ ਨਾਲ ਨਹੀਂ ਹੈ, ਪਰ ਥੋੜ੍ਹੀ ਜੀ ਇਸ ਗੱਲ ਦਾ ਜ਼ਰੂਰ ਮਲਾਲ ਹੈ ਕਿ ਸਾਡੀਆਂ ਵੱਡੀਆਂ ਸੰਸਥਾਵਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਕਮੇਟੀ ਔਰ ਹੋਰਾਂ ਨੂੰ ਇਸ ਕੇਸ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਸੀ। ਇਹ ਇਕੱਲੇ ਬਰਿੰਦਰ ਕੌਰ ਦਾ ਕੇਸ ਨਹੀਂ ਹੈ, ਪੂਰੀ ਕੌਮ ਦਾ ਕੇਸ ਸੀ। ਤੁਸੀਂ ਆਪਣੇ ਵਿਚਾਰ ਜ਼ਰੂਰ ਈਮੇਲ ਕਰਨਾ lamba@getpunjabi ਤਾਂ ਕਿ ਅਸੀਂ ਉਹਨਾਂ ਸੰਸਥਾਵਾਂ ਨੂੰ ਵੀ ਅਪਰੋਚ ਕਰੀਏ ਤਾਂ ਕਿ ਉਹ ਇਹਦੇ ਵਿੱਚ ਆਪਣਾ ਯੋਗਦਾਨ ਪਾ ਸਕਣ। ਇੱਕ ਹੋਰ ਪ੍ਰੋਗਰਾਮ ਲੈ ਕੇ ਮੁੜ ਹਾਜ਼ਰ ਹੋਵਾਂਗੇ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।